ਸੀਐਮ ਦੇ ਮੂੰਹੋਂ ਇਹ ਨਹੀਂ ਨਿਕਲੇਗਾ ਗੁਰਨਾਮ ਸਿੰਘ ਬੜਾ ਚੰਗਾ ਬੰਦਾ, ਲੇਕ ਵੀ ਨਹੀਂ ਕਹਿੰਦਾ ਹੁਣ ਵੀ। ਜਿੰਨੇ ਵੀ ਅੱਜ ਤੱਕ ਸੀਐਮ ਆਏ ਸਾਰੇ ਜਾਣਦੇ ਆ, ਘਰ ਵੀ ਸਾਡੇ ਆਏ ਹੋਏ ਆ ਸਾਰੇ ਸੀਐਮ, ਔਰ ਸਾਰਿਆਂ ਦੇ ਨੱਕ ਦਮ ਕੀਤਾ ਹੋਇਆ ਹੈ। ਨਹੀਂ ਸੰਘਰਸ਼ ਤੇ ਮੈਂ ਵੀ ਉਹਨਾਂ ਨਾਲ ਕਰਦੀ ਆ। ਮੈਂ ਜੇਲ੍ਹ 'ਚ ਗਈ ਉਹਨਾਂ ਨਾਲ 2002 'ਚ ਟਰ ਨਾਲ ਸੇ ਟੱਕਰ ਹੋਈ ਸੀ। ਪੁਲਿਸ ਤਾਂ ਸਾਡੇ ਘਰੇ ਆਉਂਦੀ ਆ, ਫਿਰ ਡਰਦੇ ਨਹੀਂ ਹੁਣ ਪੁਲਿਸ ਤੋਂ। ਪੁਲਿਸ ਆ ਕੇ ਸਾਡੇ ਘਰ ਹੱਥਾਪਾਈ ਵੀ ਕਰਦੀ ਏ, ਮਾਰ ਕੁੱਟੀ ਹੁੰਦੀ, ਅਸੀਂ ਵੀ ਕੁੱਟਦੇ ਆ ਨਾਲ ਲੱਗੇ, ਅਸੀਂ ਡਰਦੇ ਨਹੀਂ ਹੁਣ। ਇਨੈਲੋ ਪਾਰਟੀ ਦੇ ਨਾਲ ਤੁਸੀਂ ਸੰਬੰਧਿਤ ਹੋ ਤੇ ਇੱਕ ਟਾਈਮ ਉਹ ਵੀ ਆਇਆ ਸੀ ਜਦੋਂ ਤੁਹਾਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਪਰਿਵਾਰ ਚੁਣ ਲਓ ਜਾਂ ਫਿਰ ਪਾਰਟੀ ਚੁਣ ਲਓ, ਤੇ ਤੁਸੀਂ ਪਰਿਵਾਰ ਨੂੰ ਚੁਣਿਆ ਸੀ। ਉਹ ਕਹਾਣੀ ਕੀ ਸੀਗੀ? ਕੁੱਲ ਮਿਲਾ ਕੇ ਬਾਅਦ 'ਚ ਮੈਨੂੰ ਕਹਿਣ ਲੱਗੇ ਚੜਾਲਾ ਸਾਹਿਬ, ਕਹਿੰਦੇ ਆ ਤਾਂ ਆਪਣੇ ਭਰਾ ਨੂੰ ਰੱਖ ਲੈ ਜਾਂ ਸਾਨੂੰ ਰੱਖ ਲੈ। ਮਾਂ ਜੀ ਠੀਕ ਹੈ, ਭਰਾ ਨੂੰ ਹੀ ਰੱਖ ਲਾਂਗਾ। ਆਪਣੇ ਲਈ ਤਾਂ ਸਾਰੀ ਦੁਨੀਆ ਜਿੰਦੀ ਹੈ, ਲੋਕਾਂ ਲਈ ਤਾਂ ਕੋਈ ਜਿੰਦਾ ਹੈ। ਇਹੋ ਜਿਹਾ ਬੰਦਾ ਤੇ ਕੋਈ ਮਿਲੇਗਾ ਤੁਹਾਨੂੰ, ਵਿਰਲਾ ਹੀ ਮਿਲਣਾ, ਜਿਵੇਂ ਦਾ ਗੁਰਨਾਮ ਸਿੰਘ ਚੜੂਨੀ। ਬੱਚੇ ਦੇ ਵਿਆਹ ਹੋਏ ਉਦੋਂ ਉਹਨਾਂ ਦਾ ਇੰਟਰਸਟ ਨਹੀਂ ਦਿਖਾਇਆ ਉਹਨੇ ਮਾੜਾ ਮੋਟਾ? ਬੱਚੇ ਦੀ ਪੜ੍ਹਾਈ ਵੇਲੇ ਕੋਈ ਇੰਟਰਸਟ ਦਿਖਾਇਆ ਹੋਵੇ? ਕੋਈ ਇੰਟਰਸਟ ਨਹੀਂ ਉਹਨਾਂ ਦਾ। ਉਹਨੂੰ ਇਹ ਨਹੀਂ ਪਤਾ ਸਾਡੇ ਬੱਚੇ ਪੜ੍ਹੇ ਕੀ ਨੇ, ਕੀ ਕੀਤਾ ਉਹਨਾਂ ਨੇ, ਕਿਵੇਂ ਉਹਨਾਂ ਦਾ ਵਿਆਹ ਹੋਇਆ। ਉਹ ਤਾਂ ਇੱਕ ਮਹਿਮਾਨ ਬਣ ਕੇ ਆਉਂਦੇ ਸੀ ਜਿਹਨੂੰ ਟਾਈਮ ਹੁੰਦਾ ਸੀ। ਜੇ ਜੇਲ੍ਹ 'ਚ ਹੁੰਦੇ ਸੀ ਉਹ ਆਉਂਦੇ ਹੀ ਨਹੀਂ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੁੰਡੇ ਦੀ ਅੰਗੇਜਮੈਂਟ ਹੈ, ਤੁਸੀਂ ਆ ਜਾਓ। ਕਿ ਜੇ ਮੈਨੂੰ ਨਾ ਲੈ ਗਈ ਪੁਲਿਸ ਚੱਕ ਕੇ ਫਿਰ ਤਾਂ ਆ ਜਾਊਗਾ, ਨਹੀਂ ਤਾਂ ਭਾਈ ਸਾਹਿਬ ਹੁਣੇ ਨੇ ਆਪੇ ਸਗਨ ਸੁਗਨ ਕਰ ਲੈਣਗੇ। ਇੱਕ ਗੱਲ ਦੱਸੋ ਕਿ ਜ਼ਮੀਨ ਜਾਇਦਾਦ ਕਿੰਨੀ ਕੁ ਆ ਤੇ ਕਿੰਨੀ ਕੁ ਜਦੋਂ ਅੰਦੋਲਨਾਂ ਦੇ ਵਿੱਚ ਕਿੰਨੀ ਕੁ ਬਣਾਈ ਜ਼ਮੀਨ ਜਾਇਦਾਦ? ਫਿਰ ਜ਼ਮੀਨ ਤਾਂ ਖੋਈ ਹੈ ਜੀ, ਬਣੀ ਕਿੱਥੇ ਹੈ? ਸਭ ਨੂੰ ਪਤਾ ਹੈ ਵੀ ਖੋਈ ਹੈ। 1 ਤਿਹਾਈ ਰਹਿ ਗਈ, 2 ਤਿਹਾਈ ਖੋਤੀ। ਕਦੇ ਜੇਲ੍ਹ ਜਾਣਾ ਪੈਂਦਾ, ਕਦੇ ਪੁਲਿਸ ਵਾਲੇ ਆ ਗਏ, ਕਦੇ ਕੇਸ ਦਰਜ ਹੋ ਗਏ, ਕਦੇ ਰੋਕਿਆ ਤੁਸੀਂ ਉਹਨਾਂ ਨੂੰ? ਪਿੱਛੇ ਵੀ ਹੁਣ ਇਹਦੇ 'ਚ ਅੰਦੋਲਨ 'ਚ ਦੱਸਿਆ ਵੀ 10 ਕਰੋੜ ਲਿਆ ਗੁਰਨਾਮ ਸਿੰਘ ਨੇ, ਤੁਸੀਂ ਪੜ੍ਹਿਆ ਹੋਏਗਾ। ਪਰ ਸਾਨੂੰ ਤਾਂ 10 ਕਰੋੜ ਕਿਤੇ ਦਿਖਿਆ ਨਹੀਂ। ਸਾਡੀ ਜਿਹੜੀ ਜ਼ਮੀਨ ਜਾਇਦਾਦ ਸੀ, ਜੋ ਵੀ ਸੀ ਸਾਡਾ, ਸਾਡੇ ਤਾਂ ਇਹਨਾਂ ਨੂੰ ਭਾਜੀ ਨੂੰ ਪੁੱਛੋ, 3-4 ਕਿੱਲੇ ਰਹਿ ਗਏ ਨੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਗੁਰਨਾਮ ਸਿੰਘ ਜੀ ਦੇ ਬੇਟੇ ਹੋ ਤੇ ਕੰਮ ਜੇ ਨਹੀਂ ਵੀ ਹੋਣਾ ਹੁੰਦਾ ਉਹ ਹੋ ਜਾਂਦਾ। ਸਰਕਾਰ ਨੂੰ ਵੀ ਪਤਾ ਇਹ ਬੰਦੇ ਇਮਾਨਦਾਰ ਨੇ, ਤਾਂ ਹੀ ਸਾਡੇ ਪਿੱਛੇ ਲੱਗੀ ਰਹਿੰਦੀ ਆ। ਕੁਝ ਹੋਵੇ ਹੁਣ ਤੇ ਉਹ ਛਾਪੇ ਪਵਾ ਦਿੰਦੇ ਤੇ ਅਸੀਂ ਚੈਲੰਜ ਕਰਦੇ ਹੁਣ ਵੀ ਪਵਾ ਲੈਣ। ਕਿਸਾਨ ਆਗੂਆਂ ਦੇ ਉੱਤੇ ਨਾ ਇੱਕ ਇਲਜ਼ਾਮ ਬੜੇ ਲੱਗਦੇ ਨੇ ਕਿ ਬਕਾਊ ਬਹੁਤ ਨੇ, ਕਿ ਵਿਕ ਜਾਂਦੇ ਨੇ। ਕਿ ਤੁਹਾਨੂੰ ਲੱਗਦਾ ਕਿ ਗੁਰਨਾਮ ਚੜੂਨੀ ਜੀ ਉੱਤੇ ਗੱਲ ਢੁਕਦੀ ਆ ਕਿ ਵਿਕ ਜਾਣਗੇ? ਨਾ ਜੀ, ਵਿਕਣ ਵਾਲੇ ਮੈਂ ਤਾਂ ਹੀ ਨਹੀਂ ਜੀ। ਇਹ 1.5 ਕਰੋੜ 'ਚ ਮੋਲ ਲੈਂਦਾ ਹੈ 26 ਜਨਵਰੀ ਤੇ 15 ਅਗਸਤ ਨੂੰ। ਤੇ ਇਹਦੇ ਬਾਪ ਦਾ ਲਾਲ ਕਿਲ੍ਹਾ ਹੈ, ਜਿੱਥੇ ਕਹਿੰਦੇ ਉਹਨੇ ਝੰਡਾ ਹਰਾਤਾ। ਫਿਰ ਕਹਿੰਦੇ ਵੀ ਇਹ ਤਾਂ ਉਗਰਵਾਦੀ ਨੇ, ਖਾਲਿਸਤਾਨੀ ਨੇ, ਫਲਾਣੇ ਨੇ, ਟਿਕੜੇ ਨੇ। ਕੋਈ ਨਹੀਂ, ਉਹ ਸਾਰੇ ਕਿਸਾਨ ਹੀ ਨੇ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਗੱਲ ਕਿਸਾਨੀ ਅੰਦੋਲਨ ਦੀ ਜਦੋਂ ਆਪਾਂ ਕਰਦੇ ਹਾਂ ਤਾਂ ਗੱਲ ਕਿਸਾਨ ਜਥੇਬੰਦੀਆਂ ਦੀ ਕਰਨੀ ਜ਼ਰੂਰ ਬਣਦੀ ਹੈ। ਕੁਝ ਕਿਸਾਨ ਜਥੇਬੰਦੀਆਂ 32 ਦੇ ਕਰੀਬ ਪੰਜਾਬ ਤੋਂ ਨੇ ਤੇ ਬਾਕੀ ਪੂਰੇ ਭਾਰਤ ਤੋਂ ਨੇ। ਤੇ ਹਰਿਆਣਾ ਦੇ ਵਿੱਚੋਂ ਜਦੋਂ ਆਪਾਂ ਜਥੇਬੰਦੀ ਦਾ ਨਾਮ ਲੈਂਦੇ ਹਾਂ ਤਾਂ ਇੱਕੋ ਇੱਕ ਸ਼ਖਸ ਦਾ ਨਾਮ ਸਭ ਤੋਂ ਪਹਿਲਾਂ, ਸਭ ਤੋਂ ਉੱਪਰ ਆਉਂਦਾ, ਤੇ ਉਹਦਾ ਨਾਮ ਹੈ ਜੀ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਸਾਹਿਬ ਦਾ ਜਦੋਂ ਜ਼ਿਕਰ ਕਰਦੇ ਹਾਂ ਤਾਂ 25 ਨਵੰਬਰ ਦੀ ਘਟਨਾ ਯਾਦ ਆਉਂਦੀ ਹੈ ਕਿ ਜਦੋਂ ਕਿਹਾ ਸੀ ਕਿ ਪੰਜਾਬ ਵਾਲੇ ਪਿੱਛੇ ਰਹੋ, ਹਰਿਆਣੇ ਵਾਲੇ ਬੈਰੀਗੇਡ ਤੋੜ ਕੇ ਦਿੱਲੀ ਲੈ ਕੇ ਜਾਣਗੇ, ਤਾਂ ਚੜੂਨੀ ਸਾਹਿਬ ਦਾ ਨਾਮ ਬਹੁਤ ਉਚੇਚੇ ਤੌਰ ਦੇ ਉੱਤੇ ਲਿਆ ਜਾਂਦਾ। ਤੇ ਹੁਣ ਤੱਕ ਕਿਸਾਨ ਆਗੂਆਂ ਦੇ ਵਿੱਚ ਬੜੀ ਮੋਹਰੀ ਭੂਮਿਕਾ ਨਿਭਾਉਂਦੇ ਆਏ ਨੇ। ਜਦੋਂ ਗੱਲ ਕੇਂਦਰ ਦੇ ਮੰਤਰੀਆਂ ਦੇ ਨਾਲ ਹੋਵੇ ਤੇ ਉਦੋਂ ਵੀ ਸਭ ਤੋਂ ਅੱਗੇ ਜਾ ਕੇ ਬੈਠ ਕੇ ਮੋਹਰਲੀ ਕਤਾਰਾਂ ਦੇ ਵਿੱਚ ਪੈ ਕੇ ਗੱਲਬਾਤ ਕਰਦੇ ਹਾਂ। ਤੇ ਅੱਜ ਉਹਨਾਂ ਦੇ ਘਰ ਪਹੁੰਚੇ ਹਾਂ, ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਪਰਿਵਾਰ ਤੋਂ ਪੁੱਛਦੇ ਹਾਂ ਕਿ ਆਖਰ ਕਿਵੇਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਨਾ ਹੋਇਆ। ਬਹੁਤ ਸਾਰੇ ਲੋਕ ਪੰਜਾਬੀ ਵੀ ਇਸ ਵੇਲੇ ਗੁਰਨਾਮ ਸਿੰਘ ਚੜੂਨੀ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਜਾਣਨਾ ਚਾਹੁੰਦੇ ਨੇ ਉਹਨਾਂ ਦੇ ਪਰਿਵਾਰ ਬਾਰੇ, ਪਰਿਵਾਰਕ ਪਿਛੋਕੜ ਬਾਰੇ, ਕਿਸ ਤਰੀਕੇ ਦੇ ਨਾਲ ਸੰਘਰਸ਼ਾਂ ਦੇ ਵਿੱਚ ਪਏ, ਕੀ ਕੁਝ ਖੋਇਆ, ਕੀ ਕੁਝ ਪਾਇਆ। ਅੱਜ ਉਸ ਦੀ ਬਾਰੇ ਆਪਾਂ ਗੱਲਬਾਤ ਕਰਾਂਗੇ। ਤਾਂ ਤੁਸੀਂ ਉਹਦੇ ਪਿੱਛੇ ਉਹਨਾਂ ਦਾ ਦੇਖੋਗੇ ਕਿ ਪਸ਼ੂਆਂ ਵਾਲਾ ਘਰ ਹੈ, ਬਾਹਰ ਵਾਲਾ ਘਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿੱਥੋਂ ਕਿ ਅਸਲ ਘਰ ਦੀ ਪਹਿਚਾਣ ਹੁੰਦੀ ਹੈ। ਤੇ ਇੱਧਰ ਵਾਲੇ ਪਾਸੇ ਤੁਸੀਂ ਦੇਖੋਗੇ ਸਾਰਾ ਉਹਨਾਂ ਦਾ ਜਿਹੜਾ ਪਸ਼ੂਆਂ ਵਾਲਾ ਘਰ ਹੈਗਾ, ਖੁਰਲੀਆਂ ਬਣੀਆਂ ਹੋਈਆਂ ਨੇ, ਪੇਂਡੂ ਘਰ ਯਾਦ ਆ ਜਾਂਦੇ ਨੇ, ਖੇਤ ਪਿੱਛੇ ਉਹਨਾਂ ਦੇ ਖੇਤ ਵੀ ਨੇ, ਤੇ ਇੱਧਰ ਗਾਂ ਖੜੀਆਂ ਨੇ, ਮੱਝਾਂ ਖੜੀਆਂ ਨੇ, ਤੇ ਵਧੀਆ ਇੱਕ ਪਰਿਵਾਰਕ ਜਿਹੜਾ ਘਰ ਦੇ ਵਿੱਚ ਮੋਹ ਹੁੰਦਾ, ਕਿਉਂਕਿ ਪਸ਼ੂਆਂ ਦੇ ਨਾਲ ਮੋਹ ਬੜਾ ਹੁੰਦਾ ਹੈਗਾ ਕਿਸੇ ਵੀ ਕਿਸਾਨ ਦਾ। ਤੇ ਤੁਸੀਂ ਦੇਖੋਗੇ ਇੱਧਰ ਕੋਠੀ ਹੈ ਉਹਨਾਂ ਦੀ। ਤੇ ਪਰਿਵਾਰ ਦੇ ਨਾਲ ਜਦੋਂ ਆਪਾਂ ਗੱਲਬਾਤ ਪਹਿਲਾਂ ਕਰ ਰਹੇ ਸੀ, ਜਦੋਂ ਆਏ ਸੀ, ਤੇ ਇੱਕ ਗੱਲ ਕਹਿ ਰਹੇ ਸੀ ਕਿ ਪਰਿਵਾਰ ਲਈ ਬਹੁਤ ਘੱਟ ਸਮਾਂ ਦਿੰਦੇ ਨੇ। ਆਖਰ ਪੁੱਛਦੇ ਹਾਂ ਕਿ ਪਰਿਵਾਰ ਲਈ ਪਰਿਵਾਰਕ ਜ਼ਿੰਮੇਵਾਰੀਆਂ ਕਿੰਨੀ ਕੁ ਨਿਭਾਈਆਂ ਨੇ, ਕਿ ਜ਼ਿਆਦਾਤਰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿਸਾਨ ਅੰਦੋਲਨ ਕੀਤਾ। ਕਿਉਂਕਿ ਹਰਿਆਣਾ ਦੀ ਜਦੋਂ ਆਪਾਂ ਗੱਲ ਤੁਰਦੀ ਹੈ ਤਾਂ ਗੰਨੇ ਦੀ ਮਿਲ ਦੇ ਉੱਤੇ ਬੜੇ ਸਵਾਲ ਉੱਠਦੇ ਨੇ ਕਿ ਜਦੋਂ ਗੰਨੇ ਦੀ ਕੀਮਤ ਦਵਾਈ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ
ਉਹਨਾਂ ਦੇ ਨਾਲ ਜੁੜੇ ਸੀ ਕਿਉਂਕਿ ਸ਼ੁਰੂ ਤੋਂ ਲੈ ਕੇ 1992 ਤੋਂ ਲੈ ਕੇ ਜੇ ਮੈਂ ਗੱਲ ਕਰਾਂ ਹੁਣ ਤੱਕ ਕਿਸਾਨੀ ਅੰਦੋਲਨਾਂ ਦੇ ਵਿੱਚ ਹੀ ਰਹੇ ਨੇ ਤੇ ਹੁਣ ਤੱਕ ਅੰਦੋਲਨਾਂ ਦੇ ਵਿੱਚ ਹੀ ਜਿਹੜਾ ਆਪਣੀ ਜ਼ਿੰਦਗੀ ਉਹ ਗੁਜ਼ਾਰੀ ਹੈ। ਤੇ ਉਹਨਾਂ ਦੇ ਆਪਾਂ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤਾਂ ਬੜੀਆਂ ਗੱਲਾਂ ਸਾਹਮਣੇ ਆਉਣਗੀਆਂ। ਤੇ ਸਭ ਤੋਂ ਪਹਿਲਾਂ ਤੁਸੀਂ ਇੱਧਰ ਗੁਰਨਾਮ ਜੀ ਦੇ ਜਿਹੜੇ ਵੱਡੇ ਭਰਾ ਨੇ ਗੁਰਦੀਪ ਜੀ, ਇਹ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਉਹਨਾਂ ਦੇ ਧਰਮ ਪਤਨੀ ਨੇ ਨਾਲ ਬੈਠੇ ਨੇ ਤੇ ਇੱਧਰ ਉਹਨਾਂ ਦਾ ਛੋਟਾ ਬੇਟਾ ਤਰਨਜੀਤ ਤੇ ਨਾਲ ਗੁਰਨਾਮ ਜੀ ਦੀ ਵਾਈਫ ਨੇ ਤੇ ਨਾਲ ਤਰਨਜੀਤ ਦੀ ਜਿਹੜੇ ਵਾਈਫ ਉਹ ਇੱਧਰ ਬੈਠੇ ਨੇ। ਤਾਂ ਬਿਲਕੁਲ ਸ਼ੁਰੂਆਤ ਆਪਾਂ ਕਹਿੰਦੇ ਘਰ ਦੇ ਮੋਢੀਆਂ ਤੋਂ ਹੀ ਕਰਨੀ ਬਣਦੀ ਹੈ। ਤਾਂ ਘਰ ਦੇ ਬਜ਼ੁਰਗਾਂ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਗੁਰਨਾਮ ਜੀ ਦੇ ਜਿਹੜੇ ਭਰਾ ਨੇ ਗੁਰਦੀਪ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਪੂ ਜੀ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਤੁਹਾਡੇ ਪਰਿਵਾਰ ਦੇ ਵਿੱਚ ਆਏ ਹਾਂ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਬਾਪੂ ਜੀ, ਇੱਕ ਗੱਲ ਦੱਸੋ ਕਿ ਚੜੂਨੀ ਸਾਹਿਬ ਕਿੱਦਾਂ ਜੁੜੇ ਸੀ ਜਥੇਬੰਦੀਆਂ ਦੇ ਨਾਲ, ਕਿਉਂਕਿ ਬੜੀਆਂ ਗੱਲਾਂ ਹੁੰਦੀਆਂ ਨੇ, ਪਰਿਵਾਰ ਦੇ ਜੀ ਸਭ ਤੋਂ ਵੱਧ ਜਾਣਦੇ ਹੁੰਦੇ ਨੇ। ਆਖਰ ਕਦੋਂ ਕੁ ਇਸ ਪਾਸੇ ਤੁਰਨ ਦਾ ਰੁਝਾਨ ਹੋਇਆ, ਕਦੋਂ ਕੁ ਤੁਸੀਂ ਦੇਖਿਆ ਕਿ ਹੁਣ ਭਾਈ ਇੱਧਰ ਵਾਲੇ ਪਾਸੇ ਤੁਰ ਗਏ ਤੇ ਇੱਧਰ ਹੀ ਚੱਲਣਾ ਇਹਨਾਂ ਨੇ? ਇਹ 92 ਦੇ ਆਸ-ਪਾਸ ਦੀ ਗੱਲ ਹੈ ਜੀ। ਉਸ ਟਾਈਮ ਭਜਨ ਲਾਲ ਸੀਐਮ ਹੁੰਦੇ ਸੀ, ਕਾਂਗਰਸ ਦਾ ਸ਼ਾਸਨ ਸੀਗਾ ਤੇ ਉਸ ਟਾਈਮ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਹੋਰ ਕੁਝ ਆਗੂ ਪਿੰਡ 'ਚ ਆਏ ਸੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪਿੰਡ ਦੇ ਅੰਦਰ ਆਪਣੀ ਇੱਕ ਯੂਨਿਟ ਬਣਾਓ, ਮੈਂਬਰ ਬਣਾਓ ਤੇ ਪ੍ਰਧਾਨ ਬਣਾਓ। ਤੇ ਉਹਨਾਂ ਨੇ ਫਿਰ ਪਿੰਡ ਵਾਲਿਆਂ ਨੇ ਕਿਹਾ ਵੀ ਪ੍ਰਧਾਨ ਗੁਰਨਾਮ ਸਿੰਘ ਨੂੰ ਬਣਾ ਦਿਓ ਪਿੰਡ ਦਾ ਤੇ ਮੈਂਬਰ ਹੋਰ ਲੈ ਲਈ ਸੀ। ਫਿਰ ਇਨੈਲੋ ਪਾਰਟੀ ਦੇ ਨਾਲ ਤੁਸੀਂ ਸੰਬੰਧਿਤ ਹੋ ਤੇ ਇੱਕ ਟਾਈਮ ਉਹ ਵੀ ਆਇਆ ਸੀ ਜਦੋਂ ਤੁਹਾਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਪਰਿਵਾਰ ਚੁਣ ਲਓ ਜਾਂ ਫਿਰ ਪਰਿਵਾਰ ਚੁਣ ਲਓ ਜਾਂ ਫਿਰ ਪਾਰਟੀ ਚੁਣ ਲਓ, ਤੇ ਤੁਸੀਂ ਪਰਿਵਾਰ ਨੂੰ ਚੁਣਿਆ ਸੀ। ਉਹ ਕਹਾਣੀ ਕੀ ਸੀਗੀ? ਗੁਰਨਾਮ ਸਿੰਘ ਐਜੀਟੇਸ਼ਨ ਕਰ ਰਿਹਾ ਸੀ ਜੀ ਤੇ ਸੱਤਾ ਦੇ ਵਿੱਚ ਇਨੈਲੋ ਸੀ ਉਸ ਟਾਈਮ। ਉਸ ਤੋਂ ਪਹਿਲਾਂ ਜਿਸ ਟਾਈਮ ਗੁਰਨਾਮ ਸਿੰਘ ਨੇ ਕਿਸਾਨ ਯੂਨੀਅਨ ਜੁਆਇਨ ਕੀਤੀ ਸ਼ੁਰੂ ਕੀਤਾ ਹੈ, ਉਸ ਟਾਈਮ ਰਾਜ ਸੀ ਭਜਨ ਲਾਲ ਦਾ। ਉਸ ਤੋਂ ਬਾਅਦ ਕੁਝ ਟਾਈਮ ਰਾਜ ਆ ਗਿਆ ਬੰਸੀ ਲਾਲ ਦਾ। ਤੇ ਗੁਰਨਾਮ ਸਿੰਘ ਨੇ ਸ਼ੁਰੂ ਤੋਂ ਹੀ ਸੰਘਰਸ਼ਸ਼ੀਲ ਸੀ। ਪਹਿਲਾਂ ਭਜਨ ਲਾਲ ਦੇ ਅਗੇਂਸਟ ਐਜੀਟੇਸ਼ਨ ਕੀਤੇ ਇਹਨਾਂ ਨੇ, ਸ਼ੂਗਰ ਮਿੱਲਾਂ ਹੀ ਬੰਦ ਕੀਤੀਆਂ, ਹੋਰ ਵੀ ਕਈ ਜਗ੍ਹਾ 'ਤੇ ਅੜੇ। ਇਹ ਨਿਸਿੰਗ ਰੈਲੀ 'ਚ ਵੀ ਇਹਨਾਂ ਨੇ ਪੂਰਾ ਹਿੱਸਾ ਲਿਆ ਸੀ। ਨਿਸਿੰਗ ਰੈਲੀ ਦੇ ਵਿੱਚ ਗੋਲੀ ਨਾਲ 3 ਬੰਦੇ ਮਰ ਗਏ ਸੀ ਤੇ ਕੁਝ ਜ਼ਖਮੀ ਹੋ ਗਏ ਸੀ ਤੇ ਭਜਨ ਲਾਲ ਨੂੰ ਭੱਜਣਾ ਪਿਆ ਸੀ ਉੱਥੋਂ। ਪਿਛਲੇ ਦੀਵਾਰ ਤੋੜ ਕੇ ਉਹਨਾਂ ਨੂੰ ਫਿਰ ਪਿੱਛੇ ਨੂੰ ਕੱਢੇ ਗਏ ਸੀ। ਕਿਹੜੇ ਸਾਲ ਦੀ ਗੱਲ ਹੈ? ਇਹ ਸਨ ਮੇਰੇ ਯਾਦ ਨਹੀਂ ਹੈ, ਲੇਕਿਨ ਉਸ ਟਾਈਮ ਗੁਰਨਾਮ ਸਿੰਘ ਐਕਟਿਵ ਸੀ ਪੂਰਾ। ਉਸ ਤੋਂ ਬਾਅਦ ਫਿਰ ਬੰਸੀ ਲਾਲ ਦਾ ਰਾਜ ਆ ਗਿਆ। ਬੰਸੀ ਲਾਲ ਦੇ ਰਾਜ ਵੀ ਇਹਨਾਂ ਨੇ ਐਜੀਟੇਸ਼ਨ ਪੂਰੇ ਕੀਤੇ। ਉਸ ਤੋਂ ਬਾਅਦ ਫਿਰ ਸਰਕਾਰ ਬਦਲ ਗਈ, ਚਟਾਲਾ ਸਾਹਿਬ ਦਾ ਰਾਜ ਆ ਗਿਆ ਤੇ ਮੈਂ ਚਟਾਲਾ ਸਾਹਿਬ ਦੇ ਨਾਲ ਸੀ ਸ਼ੁਰੂ ਤੋਂ। ਤਕਰੀਬਨ 87 ਤੋਂ ਲੈ ਕੇ ਪੋਲੀਟਿਕਸ ਮੈਂ ਸ਼ੁਰੂ ਕੀਤੀ ਸੀ ਤੇ ਉਸ ਟਾਈਮ ਮੈਂ ਇਨੈਲੋ ਦਾ ਡਿਸਟ੍ਰਿਕਟ ਦਾ ਵਾਈਸ ਪ੍ਰੈਜ਼ੀਡੈਂਟ ਸੀਗਾ, ਜਨਰਲ ਬੋਡੀ ਦਾ। ਤੇ ਉਸ ਟਾਈਮ ਫਿਰ ਇਹਨਾਂ ਵੱਲੋਂ ਮੇਰੇ ਤੇ ਦਬਾਅ ਪਿਆ ਵੀ ਗੁਰਨਾਮ ਸਿੰਘ ਨੂੰ ਤੂੰ ਰੋਕ। ਅਸੀਂ ਇਕੱਠੇ ਵੀ ਸੀ, ਬਿਲਕੁਲ ਇਕੱਠਾ ਪਰਿਵਾਰ ਸੀ ਸਾਰਾ ਜੁਆਇੰਟ। ਤੇ ਮੇਰੇ ਸਾਹਮਣੇ ਇਹ ਪ੍ਰੋਬਲਮ ਸੀ ਕਿ ਗੁਰਨਾਮ ਸਿੰਘ ਵੀ ਆਪਣਾ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚਿਆ ਹੈ, ਬਹੁਤ ਮਿਹਨਤ ਕੀਤੀ ਹੈ। ਤੇ ਮੈਂ ਆਪਣੀ ਜਗ੍ਹਾ ਵੀ ਮੈਂ ਵੀ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਦੀ ਜਗ੍ਹਾ ਉਹਨਾਂ ਦੀ ਵੀ ਕਾਫੀ ਜਿੱਸੀ ਮੇਰੀ ਚਟਾਲਾ ਸਾਹਿਬ ਕਰਦੇ ਸੀ। ਤੇ ਉਹ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਗੁਰਨਾਮ ਸਿੰਘ ਨੂੰ ਰੋਕ। ਤੇ ਉਹਦੇ 'ਚ ਮੈਂ ਗੁਰਨਾਮ ਸਿੰਘ ਨਾਲ ਗੱਲ ਵੀ ਕੀਤੀ। ਗੁਰਨਾਮ ਸਿੰਘ ਨੇ ਮੈਨੂੰ ਜਵਾਬ ਦਿੱਤਾ ਕਿ ਭਾਈ ਤੂੰ ਮੇਰਾ ਵੱਡਾ ਭਰਾ ਹੈ, ਤੂੰ ਕਹੇਗਾ ਤੇ ਮੈਂ ਰਿਜ਼ਾਈਨ ਕਰ ਦਾਂਗਾ, ਮੈਂ ਘਰ ਬੈਠ ਜਾਵਾਂਗਾ, ਲੇਕਿਨ ਜਦ ਤੱਕ ਮੈਂ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹੈ ਮੈਂ ਪਿੱਛੇ ਨਹੀਂ ਹਟਾਂਗਾ। ਕਿਸੇ ਵੀ ਕਿਸਾਨ ਦੇ ਕਿਸੇ ਮੁੱਦੇ 'ਤੇ ਮੈਂ ਨਹੀਂ ਪਿੱਛੇ ਹਟਾਂਗਾ। ਜਦ ਤੱਕ ਮੈਂ ਕਿਸਾਨ ਯੂਨੀਅਨ ਦੇ ਵਿੱਚ ਹੈ ਤੇ ਮੈਂ ਸੰਘਰਸ਼ ਕਰਾਂਗਾ ਔਰ ਇਮਾਨਦਾਰੀ ਨਾਲ ਕਰਾਂਗਾ। ਸੀਐਮ ਜਿਹੜਾ ਮਰਜ਼ੀ ਹੋਏ, ਕੋਈ ਆਏ ਕੋਈ ਜਾਏ, ਮੈਂ ਕਿਸਾਨਾਂ ਦੇ ਮੁੱਦੇ ਚੱਕਾਂਗਾ। ਤੇ ਜੇ ਮੈਂ ਗੁਰਨਾਮ ਨੂੰ ਇਹ ਕਹਾਂ ਵੀ ਨਹੀਂ ਤੂੰ ਬੈਠ ਜਾ ਘਰ, ਤੇ ਇਹ ਮੇਰਾ ਸਵਾਰਥ ਹੋ ਗਿਆ। ਤੇ ਫਿਰ ਮੈਂ ਚਟਾਲਾ ਸਾਹਿਬ ਕੋਲ ਲੈ ਵੀ ਗਿਆ ਗੁਰਨਾਮ ਸਿੰਘ ਨੂੰ ਇੱਕ ਵਾਰੀ, ਵੀ ਮੈਂ ਉਹਨੂੰ ਦੱਸਣਾ ਚਾਹੁੰਦਾ ਸੀ ਵੀ ਇਹ ਤਾਂ ਇਹ ਕਹਿ ਰਿਹਾ ਜੀ ਸਪਸ਼ਟ, ਤੇ ਤੁਸੀਂ ਕੁਝ ਸਮਝਾ ਸਕਦੇ ਹੋ ਸਮਝਾ। ਮੈਂ ਤਾਂ ਸਮਝਾ ਨਹੀਂ ਸਕਦਾ, ਸਿੱਧੀ ਜਿਹੀ ਗੱਲ ਹੈ। ਮੈਂ ਤਾਂ ਇਹਨੂੰ ਕਹਿ ਨਹੀਂ ਸਕਦਾ ਤੂੰ ਬੈਠ ਜਾ, ਤੇ ਨਾ ਮੈਂ ਇਹ ਬੈਠੇ, ਮਤਲਬ ਤੁਹਾਡੇ ਕਹਿਣ ਤੋਂ ਇਹ ਬੈਠਦਾ ਵੀ ਨਹੀਂ, ਮੇਰੇ ਕਹਿਣ ਤੋਂ ਬੈਠ ਸਕਦਾ, ਮੈਂ ਕਹਿੰਦਾ ਨਹੀਂ। ਤੇ
ਕੁੱਲ ਮਿਲਾ ਕੇ ਬਾਅਦ 'ਚ ਮੈਨੂੰ ਕਹਿਣ ਲੱਗੇ ਚਟਾਲਾ ਸਾਹਿਬ, ਕਹਿੰਦੇ ਆ ਤਾਂ ਆਪਣੇ ਭਰਾ ਨੂੰ ਰੱਖ ਲੈ ਜਾਂ ਸਾਨੂੰ ਰੱਖ ਲੈ। ਮਾਂ ਜੀ ਠੀਕ ਹੈ, ਭਰਾ ਨੂੰ ਹੀ ਰੱਖ ਲਾਂਗਾ। ਤੇ ਕੁੱਲ ਮਿਲਾ ਕੇ ਮੈਂ ਉਹਨਾਂ ਨੂੰ ਛੱਡਤਾ। ਇੱਕ ਗੰਨੇ ਦੀ ਐਜੀਟੇਸ਼ਨ ਵੀ ਤਾਂ ਹੋਈ ਸੀ ਕਿ ਜਦੋਂ ਗੰਨੇ ਨੂੰ ਲੈ ਕੇ ਕੁਝ ਜਥੇਬੰਦੀਆਂ ਦੇ ਆਗੂ ਕਹਿੰਦੇ ਸੀ ਕਿ ਇੰਨੇ ਕੁ ਰੇਟ ਤੇ ਜਾ ਕੇ ਸਮਝੌਤਾ ਕਰ ਲਓ, ਤੇ ਤੁਸੀਂ ਉਸ ਵੇਲੇ ਗੁਰਨਾਮ ਜੀ ਉਦੋਂ ਅੜ ਗਏ ਸੀਗੇ ਕਿ 31 ਰੁਪਏ ਤੱਕ ਹੀ ਕਰਨਾ। ਉਹ ਗੱਲਬਾਤ ਕੀ ਸੀਗੀ, ਉਹ ਸਾਰੀ ਗੱਲਬਾਤ ਸਮਝਾਓ। ਅਸਲ ਉਸ ਟਾਈਮ ਇਹ ਜਿਹੜੀ ਗੁਰਨਾਮ ਸਿੰਘ ਵਾਲੀ ਯੂਨੀਅਨ ਹੈ, ਇਹ ਟਕੈਤ ਸਾਹਿਬ ਦੇ ਅੰਡਰ ਸੀਗੇ। ਅੱਛਾ। ਇਹਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਸੀ, ਰਾਸ਼ਟਰੀ ਪ੍ਰਧਾਨ, ਉਹ ਟਕੈਤ ਸਾਹਿਬ ਸੀਗੇ, ਤੇ ਉਹਨਾਂ ਦੇ ਅੰਡਰ ਯੂਨੀਅਨ ਸੀ, ਔਰ ਹੁੱਡਾ ਦੀ ਸਰਕਾਰ ਸੀ ਕਾਂਗਰਸ ਦੀ। ਤੇ ਯੂਪੀ 'ਚ ਰੇਟ ਜ਼ਿਆਦਾ ਸੀਗਾ, ਹਰਿਆਣੇ 'ਚ ਘੱਟ ਸੀ। ਇਹਨਾਂ ਨੇ ਐਜੀਟੇਸ਼ਨ ਸ਼ੁਰੂ ਕਰਤਾ ਕਿ ਸਾਨੂੰ ਯੂਪੀ ਦੇ ਬਰਾਬਰ ਰੇਟ ਚਾਹੀਦਾ ਹੈ। ਉਸ ਗੱਲ 'ਤੇ ਕਿਸਾਨ ਕਾਫੀ ਲਾਮਬੰਦ ਹੋ ਗਏ। ਸਰਦੀਆਂ ਦਾ ਟਾਈਮ ਸੀ, ਸਾਰੀ ਰਾਤ ਸੜਕਾਂ 'ਤੇ ਹੀ ਸੋਏ ਆ ਗੁਰਨਾਮ ਸਿੰਘ। ਕਈ ਰਾਤਾਂ ਮਤਲਬ ਲਗਾਤਾਰ ਸੋਇਆ ਵੀ ਸੜਕਾਂ 'ਤੇ ਹੈ। ਇਹ ਵੀ ਨਹੀਂ ਵੀ ਕਿਸੇ ਗੱਡੀ ਦੇ ਅੰਦਰ ਸੋ ਜੇ, ਸੜਕ ਦੇ ਵਿਚਾਲੇ ਹੀ ਸੋਣਾ। ਤੇ ਅੰਦੋਲਨ ਪੂਰਾ ਕਾਮਯਾਬ ਹੋ ਗਿਆ। ਸਰਕਾਰ ਦੇ ਨੂੰ ਬਹੁਤ ਦਿੱਕਤ ਆ ਗਈ ਕਾਫੀ, ਔਰ ਇੱਕ ਇਹਨਾਂ ਨੇ ਡਿਕਲੇਅਰ ਕਰਤਾ ਕਿ ਜੇ ਸਾਡੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹਨਾਂ ਨੇ ਡੇਟ ਦੇ ਦਿੱਤੀ ਕਿ ਅਸੀਂ ਪਿਪਲੀ 'ਚ GT ਰੋਡ ਜਾਮ ਕਰ ਦੇਣਾ। ਉਹਨਾਂ ਨੇ ਦੇਖਿਆ ਵੀ ਸਮਰਥਨ ਬਹੁਤ ਹੈ ਇਹਨਾਂ ਨੂੰ, ਅਤੇ ਪ੍ਰੋਬਲਮ ਹੋ ਜਾਏਗੀ, ਨਾ ਅਸੀਂ ਇੰਨੀ ਗ੍ਰਿਫਤਾਰੀਆਂ ਕਰ ਸਕਾਂਗੇ, ਅਤੇ ਨਾ ਇਹਨਾਂ ਤੋਂ ਕੋਲੋਂ GT ਰੋਡ ਜੇ ਜਬਰੀ ਵੀ ਖਲਵਾਵਾਂਗੇ ਤਾਂ ਕੋਈ ਨਾ ਕੋਈ ਕਾਂਡ ਹੋ ਜਾਏਗਾ। ਉਹ ਵੀ ਸਰਕਾਰ ਨਹੀਂ ਚਾਹੁੰਦੀ, ਅਤੇ ਉਹਨਾਂ ਨੂੰ ਪ੍ਰੋਬਲਮ ਕਾਫੀ ਸੀ, ਅਤੇ ਉਹਨਾਂ ਨੇ ਬੰਦੇ ਭੇਜਣੇ ਸ਼ੁਰੂ ਕਰਤੇ। ਕਈ ਬੰਦੇ ਗੁਰਨਾਮ ਦੇ ਜਾਣਕਾਰ ਨੇ ਆ ਕੇ ਦਬਾਅ ਪਾਇਆ ਕਿ ਸਾਨੂੰ ਕਹਿ ਕੇ ਭੇਜਿਆ, ਅਸੀਂ ਬੇਨਤੀ ਕਰਨ ਆਏ ਹਾਂ, ਜ਼ਿਆਦਾ ਨਾ ਅੜਿਓ, ਕੁਝ ਲੈ ਕੇ ਸਮਝੌਤਾ ਕਰ ਲੈਣਾ, ਅੜਨ 'ਚ ਕੋਈ ਫਾਇਦਾ ਨਹੀਂ, ਫਿਰ ਗੱਲਬਾਤ ਟੁੱਟ ਜਾਂਦੀ ਹੈ, ਟੁੱਟੇ ਹੋਏ ਦੂਰ ਪਹੁੰਚਦਾ ਹੈ ਗੱਲ, ਦੋਵਾਂ ਵਾਸਤੇ ਪ੍ਰੋਬਲਮ ਵੱਧ ਜਾਂਦੀ ਹੈ। ਇਹਨਾਂ ਦੀ ਇਹ ਜਿਹੀਆਂ ਗੱਲਾਂ ਕਾਫੀਆਂ ਨੇ ਕੀਤੀਆਂ, ਅਤੇ ਗੁਰਨਾਮ ਸਿੰਘ ਕਹਿੰਦਾ ਵੀ ਠੀਕ ਹੈ, ਮੈਨੂੰ ਜੋ ਕਰਨਾ ਉਹ ਮੈਨੂੰ ਪਤਾ ਮੈਂ ਕੀ ਕਰਨਾ, ਪਾਗਲ ਤਾਂ ਮੈਂ ਹੈ ਨਹੀਂ। ਕੁੱਲ ਮਿਲਾ ਕੇ ਬਾਅਦ 'ਚ ਰਾਕੇਸ਼ ਟਕੈਤ ਜੀ ਆਏ, ਉਹ ਆ ਕੇ ਕਹਿਣ ਲੱਗੇ ਵੀ ਗੁਰਨਾਮ ਸਿੰਘ ਅਸੀਂ ਗੱਲ ਕਰ ਲਈ ਹੈ ਉੱਪਰ, ਹੁੱਡਾ ਸਾਹਿਬ ਨਾਲ ਸਾਡੀ ਗੱਲ ਹੋ ਗਈ ਹੈ, ਉਹ 10 ਰੁਪਏ ਰੇਟ ਵਧਾਉਣ ਨੂੰ ਤਿਆਰ ਹੈ, ਅਤੇ ਅਸੀਂ ਫੈਸਲਾ ਕਰ ਲਿਆ ਕਿ 10 ਰੁਪਏ ਰੇਟ ਵਧਾ ਕੇ ਵੀ ਅਸੀਂ ਇਸ ਅੰਦੋਲਨ ਨੂੰ ਸਮਾਪਤ ਕਰਾ ਦਾਂਗੇ। ਗੁਰਨਾਮ ਸਿੰਘ ਨਹੀਂ ਗੱਲ ਉਦੋਂ ਉਹਨਾਂ ਦੀ ਨਹੀਂ, ਗੁਰਨਾਮ ਸਿੰਘ ਕਹਿਣ ਲੱਗਿਆ ਵੀ ਮੈਂ ਆਪਣੇ ਬੰਦਿਆਂ ਨੂੰ ਪ੍ਰੋਮਿਸ ਕੀਤਾ ਹੋਇਆ ਹੈ ਕਿ ਯੂਪੀ ਦੇ ਬਰਾਬਰ ਰੇਟ ਲੈਣਾ, ਔਰ ਸਾਰੇ ਬੰਦੇ ਐਗਰੀ ਹੈ ਇਸ ਚੀਜ਼ 'ਤੇ। ਅੰਦੋਲਨ ਕਾਮਯਾਬ ਹੋ ਰਿਹਾ ਹੈ। ਇਸ ਸਟੇਜ 'ਤੇ ਜਿਵੇਂ ਤੁਸੀਂ ਕਹਿੰਦੇ ਹੋ, ਤੁਸੀਂ ਪ੍ਰਧਾਨ ਜ਼ਰੂਰ ਹੋ, ਲੇਕਿਨ ਜੇ ਮੈਂ ਇਹਨਾਂ ਦੀ ਤੁਹਾਡੇ ਵਾਲੀ ਗੱਲ ਮੰਨ ਲਈ ਅਤੇ ਸਾਰੇ ਇਹ ਬੰਦੇ ਮੇਰੇ ਨਾਲ ਦੇ ਕਹਿਣ ਲੱਗ ਜਾਣਗੇ ਇਹ ਤਾਂ ਵਿਕ ਗਿਆ। ਅਤੇ ਮੈਂ ਪਹਿਲੀ ਤਾਂ ਗੱਲ ਇਹ ਅੱਜ ਤੱਕ ਮੇਰਾ ਅਸੂਲ ਰਿਹਾ ਕਿ ਮੈਂ ਕਦੇ ਇਕੱਲੇ ਨੇ ਗੱਲਬਾਤ ਹੀ ਨਹੀਂ ਕੀਤੀ ਕਿਸੇ ਨਾਲ, ਨਾ ਕੋਈ ਇਕੱਲੇ ਨੇ ਕਦੇ ਡਿਸੀਜ਼ਨ ਲਿਆ। ਨਾਲ ਦੇ ਬੰਦਿਆਂ ਨੂੰ ਜਿਹੜੇ ਵੀ ਮੇਰੇ ਨਾਲ ਚੱਲ ਰਹੇ ਆ, ਉਹਨੂੰ ਸਾਰਿਆਂ ਨੂੰ ਵਿਸ਼ਵਾਸ 'ਚ ਲੈ ਕੇ ਕੋਈ ਕਦਮ ਚੱਕਦਾ ਮੈਂ। ਹੁਣ ਵੀ ਮੈਂ ਇਕੱਲਾ ਗੱਲਬਾਤ ਕਰਨ ਨਹੀਂ ਜਾਂਦਾ, ਮੇਰੇ ਨਾਲ ਜਿਹੜੇ ਹੋਰ ਬੰਦੇ ਸੰਘਰਸ਼ੀ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੱਲਬਾਤ ਕਰਨ ਜਾਵਾਂਗਾ। ਅਤੇ ਮੈਨੂੰ ਇਕੱਲੇ ਨੂੰ ਕੋਈ ਅਧਿਕਾਰ ਨਹੀਂ, ਭਾਵੇਂ ਤੁਸੀਂ ਜੋ ਮਰਜ਼ੀ ਹੈ, ਵੀ ਮੇਰੇ 'ਤੇ ਦਬਾਅ ਪਾਉਣ ਦੀ ਲੋੜ ਨਹੀਂ ਹੈ। ਕਲੀਅਰ ਕਹਿ ਦਿੱਤਾ, ਤੁਸੀਂ ਆਪਣੀ ਯੂਪੀ ਦੇਖੋ, ਮੈਂ ਆਪਣਾ ਹਰਿਆਣਾ ਦੇਖਾਂਗਾ। ਅੱਛਾ, ਉਸ ਵੇਲੇ ਰਾਸ਼ਟਰੀ ਜਿਹੜਾ ਪ੍ਰਧਾਨ ਸੀਗੇ ਉਹਨੂੰ ਤੁਸੀਂ ਗੁਰਨਾਮ ਸਾਹਿਬ ਨੇ ਗੱਲ ਸਿੱਧੀ ਕਹਿਤੀ ਸੀ ਕਿ ਤੁਸੀਂ ਮੈਨੂੰ ਹਰਿਆਣਾ ਦੇਖਣ ਦਿਓ, ਤੁਸੀਂ ਆਪਣੀ ਸਟੇਟ ਦੇਖੋ। ਮੈਂ ਆਪਣਾ ਹਰਿਆਣਾ ਮੈਂ ਦੇਖਾਂਗਾ, ਅਤੇ ਤੁਸੀਂ ਆਪਣੀ ਯੂਪੀ ਦੇਖੋ। ਫਿਰ ਯੁੱਧਵੀਰ ਸਿੰਘ ਦਿੱਲੀ ਦਾ ਪ੍ਰਧਾਨ, ਉਹਦਾ ਵੀ ਫੋਨ ਆਇਆ, ਉਸ ਨੂੰ ਵੀ ਇਹਨੇ ਸਪਸ਼ਟ ਕਹਿ ਦਿੱਤਾ ਕਿ ਦੇਖੋ ਇੱਥੇ ਜਿਹੜਾ ਹੈ, ਇੱਥੇ ਮੈਨੂੰ ਪਤਾ ਮੈਂ ਕੀ ਕੀਤਾ ਹੋਇਆ, ਕੀ ਮੈਂ ਪ੍ਰੋਮਿਸ ਕੀਤੇ ਹੋਏ ਹੈ, ਮੈਂ ਉਸ ਹਿਸਾਬ ਨਾਲ ਚੱਲਣਾ ਹੈ। ਇਹ ਨਹੀਂ ਕਿ ਮੇਰੇ ਕੋਲ ਉੱਤੋਂ ਫੋਨ ਆ ਗਿਆ ਜਾਂ ਕੋਈ ਆ ਕੇ ਮਤਲਬ ਮੈਂ ਉਹਨਾਂ ਦਾ ਕਹਿਣਾ ਮੰਨ ਲਿਆ, ਅਤੇ ਇਹ ਜਿਹੜੀ ਪਬਲਿਕ ਹੈ ਇਸ ਨੂੰ ਮੈਂ ਅਣਦੇਖੀ ਨਹੀਂ ਮੈਂ ਕਰ ਸਕਦਾ। ਤੁਸੀਂ ਕਹਿੰਦੇ ਵੀ ਸਮਝੌਤਾ ਨਹੀਂ ਕੀਤਾ ਕਦੇ? ਸਮਝੌਤੇ ਤਾਂ ਕਰ ਲੈਂਦੇ ਆ ਮੌਕਾ ਦੇਖ ਕੇ। ਕੁੱਲ ਮਿਲਾ ਕੇ ਇਹ ਹੈ ਕਿ ਇਹ ਨਹੀਂ ਪਰਵਾਹ ਕੀਤੀ ਕਿ ਮੈਨੂੰ ਨੁਕਸਾਨ ਹੋ ਗਿਆ ਕਿ ਫਾਇਦਾ ਹੋਏਗਾ, ਇਸ ਚੀਜ਼ ਦੀ ਕਦੇ ਪਰਵਾਹ ਨਹੀਂ ਕੀਤੀ। ਅੱਛਾ, ਇੱਕ ਗੱਲ ਦੱਸੋ ਕਿ ਜ਼ਮੀਨ ਜਾਇਦਾਦ ਕਿੰਨੀ ਕੁ ਆ, ਅਤੇ ਕਿੰਨੀ ਕੁ ਜਦੋਂ ਅੰਦੋਲਨਾਂ ਦੇ ਵਿੱਚ ਕਿੰਨੀ ਕੁ ਬਣਾਈ ਜ਼ਮੀਨ ਜਾਇਦਾਦ? ਫਿਰ
ਜ਼ਮੀਨ ਤਾਂ ਖੋਈ ਹੈ ਜੀ, ਬਣੀ ਕਿੱਥੇ ਹੈ? ਸਭ ਨੂੰ ਪਤਾ ਹੈ ਵੀ ਖੋਈ ਹੈ। ਕਿੰਨੀ ਕੁ ਖੋਈ ਗਈ? 1/3 ਰਹਿ ਗਈ, 2/3 ਖੋਤੀ ਅੰਦੋਲਨਾਂ 'ਚ ਜੀ। ਤੁਸੀਂ ਕਦੇ ਰੋਕਿਆ ਨਹੀਂਗਾ ਵੀ ਇਸ ਪਾਸੇ ਅਸੀਂ ਕੀ ਖੱਟਿਆ? ਨਹੀਂ, ਰੋਕਣ ਦੀ ਤਾਂ ਇਹ ਹੈ, ਉਹ ਆਪਣੇ ਅਸੂਲਾਂ 'ਤੇ ਚੱਲ ਰਿਹਾ ਹੈ। ਸ਼ਰਾਬ ਨਹੀਂ ਪੀਂਦਾ, ਕੋਈ ਐਬ ਨਹੀਂ ਹੈਗਾ, ਸੰਘਰਸ਼ ਕਰ ਰਹੇ ਲਗਾਤਾਰ ਦੇਖੀ ਜਾਏ। ਤੇ ਉਹਨੂੰ ਰੋਕੀਏ ਕਿਉਂਕਿ ਕਿਹੜੀ ਗੱਲ ਤੋਂ ਰੋਕੀਏ ਉਹਨੂੰ? ਕੋਈ ਗਲਤ ਕੰਮ ਕਰੇ ਤਾਂ ਰੋਕੀਏ ਨਾ। ਕਦੇ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ, ਕਦੇ ਪੁਲਿਸ ਦਾ ਕੋਈ ਤਸ਼ੱਦਦ ਵਗੈਰਾ? ਕਈ ਵਾਰੀ ਕਰਨਾ ਪਿਆ। ਇੱਕ ਫਰਕ ਜ਼ਰੂਰ ਪੈ ਗਿਆ, ਪਹਿਲਾਂ ਅਸੀਂ ਪੁਲਿਸ ਤੋਂ ਡਰਦੇ ਸੀ, ਹੁਣ ਸਾਡੇ ਵਾਸਤੇ ਕੁਝ ਵੀ ਨਹੀਂ ਹੈਗੀ। ਹੁਣ ਅਸੀਂ ਮੁਕਾਬਲਾ ਕਰ ਲੈਂਦੇ ਆ, ਗੁੱਥਮ ਗੁੱਥੀ ਵੀ ਹੋ ਲੈਂਦੇ ਆ। ਮੈਨੂੰ ਲੱਗਦਾ ਕੋਈ ਸੀਐਮ ਛੱਡਿਆ ਵੀ ਜਿਸ ਦੇ ਨਾਲ ਆਡਾ ਨਾਲ ਆਇਆ ਹੋਵੇ ਗੁਰਨਾਮ ਜੀ ਨੇ? ਕੋਈ ਵੀ ਨਹੀਂ ਹੈਗਾ। ਤੁਸੀਂ ਪੂਰੇ ਹਰਿਆਣੇ 'ਚ ਦੇਖ ਲਓ, ਸੀਐਮ ਦੇ ਮੂੰਹ ਇਹ ਨਹੀਂ ਨਿਕਲੇਗਾ ਗੁਰਨਾਮ ਸਿੰਘ ਬੜਾ ਚੰਗਾ ਬੰਦਾ, ਲੇਕ ਵੀ ਨਹੀਂ ਕਹਿੰਦਾ ਹੁਣ ਵੀ। ਜਿੰਨੇ ਵੀ ਅੱਜ ਤੱਕ ਸੀਐਮ ਆਏ ਸਾਰੇ ਜਾਣਦੇ ਆ, ਘਰ ਵੀ ਸਾਡੇ ਆਏ ਹੋਏ ਆ ਸਾਰੇ ਸੀਐਮ, ਔਰ ਸਾਰਿਆਂ ਦੇ ਨੱਕ ਦਮ ਕੀਤਾ ਹੋਇਆ ਹੈ। ਇੱਕ ਵਾਰੀ ਉਹਨਾਂ ਨੂੰ ਇਹ ਲੱਗਿਆ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਜਾਣ ਦਾ ਕਾਰਨ ਗੁਰਨਾਮ ਸਿੰਘ ਰਿਹਾ ਹੈ। ਸੋ ਬਿਲਕੁਲ ਇਹ ਗੁਰਨਾਮ ਜੀ ਦੇ ਵੱਡੇ ਭਰਾ ਗੁਰਦੀਪ ਜੀ ਸੀਗੇ। ਹੁਣ ਉਹਨਾਂ ਦੇ ਜਿਹੜੇ ਧਰਮ ਪਤਨੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬੀਜੀ ਤੋਂ ਪੁੱਛਾਂਗੇ ਕਿ ਆਖਰ ਉਹਨਾਂ ਨੇ ਕਦੋਂ ਇਸ ਅੰਦੋਲਨਾਂ ਦੇ ਵਿੱਚ ਉਹਨਾਂ ਨੂੰ ਜਾਂਦੇ ਹੋਏ ਦੇਖਿਆ? ਵਿਆਹ ਤੋਂ ਪਹਿਲਾਂ ਹੀ ਇਸ ਅੰਦੋਲਨਾਂ ਦੇ ਵਿੱਚ ਸੀਗੇ ਜਾਂ ਵਿਆਹ ਤੋਂ ਬਾਅਦ? ਬੀਜੀ ਮੈਂ ਇੱਥੋਂ ਹੀ ਸ਼ੁਰੂਆਤ ਕਰਾਂਗੇ ਕਿ ਵਿਆਹ ਹੋ ਗਿਆ ਸੀਗਾ ਉਦੋਂ ਜਦੋਂ ਇਸ ਅੰਦੋਲਨਾਂ ਦੇ ਵਿੱਚ ਗਏ ਨੇ? ਹਾਂਜੀ, ਵਿਆਹ ਹੋ ਗਿਆ ਸੀ। 88 'ਚ ਮੇਰਾ ਵਿਆਹ ਹੋਇਆ ਹੈ, 92 'ਚ ਇਹਨਾਂ ਨੇ ਸ਼ੁਰੂ ਕਰਤਾ ਸੀ ਜਾਣਾ। ਉਦੋਂ ਰਿਐਕਸ਼ਨ ਕੀ ਸੀਗਾ ਉਦੋਂ? ਤੁਸੀਂ ਜਦੋਂ ਪਤਾ ਲੱਗਿਆ ਵੀ ਯਾਰ ਇਸ ਕੰਮ 'ਚ ਤਾਂ ਫਾਇਦਾ ਹੀ ਕੁਝ ਨਹੀਂ, ਕਦੇ ਜੇਲ੍ਹ ਜਾਣਾ ਪੈਂਦਾ, ਕਦੇ ਪੁਲਿਸ ਵਾਲੇ ਆ ਗਏ, ਕਦੇ ਕੇਸ ਦਰਜ ਹੋ ਗਏ, ਕਦੇ ਰੋਕਿਆ ਤੁਸੀਂ ਉਹਨਾਂ ਨੂੰ? ਮੈਂ ਕਦੇ ਨਹੀਂ ਰੁਕਿਆ। ਮੈਨੂੰ ਬੜੀ ਖੁਸ਼ੀ ਹੈ ਕਿ ਉਹ ਲੋਕਾਂ ਲਈ ਸੰਘਰਸ਼ ਕਰ ਰਹੇ ਨੇ, ਆਪਣੇ ਕਿਸਾਨ ਮਜ਼ਦੂਰਾਂ ਲਈ, ਸਾਰੀ ਪਬਲਿਕ ਲਈ। ਮੈਨੂੰ ਤਾਂ ਇਸ ਚੀਜ਼ 'ਤੇ ਗਰਵ ਹੋਣਾ ਚਾਹੀਦਾ, ਮੈਂ ਰੋਕਿਆ ਨਹੀਂ। ਸਾਡਾ ਪਰਿਵਾਰ ਜੁਆਇੰਟ ਸੀ, ਸਭ ਨੇ ਮੇਰਾ ਸਾਥ ਦਿੱਤਾ ਹੈ। ਗੁਰਨਾਮ ਸਿੰਘ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਵੀ ਫੈਮਿਲੀ ਕੀ ਹੈ, ਕਿਵੇਂ ਬੱਚੇ ਪੈਦਾ ਹੋਏ, ਕਿਵੇਂ ਉਹਨਾਂ ਦੇ ਵਿਆਹ ਹੋਏ, ਕਿਵੇਂ ਪੜ੍ਹਾਈਆਂ ਹੋਈਆਂ। ਉਹ ਤਾਂ ਕਿ ਜਿਵੇਂ ਆਪਾਂ ਇਨਵੀਟੇਸ਼ਨ ਦੇਣਾ ਨਾ ਕਿਸੇ ਨੂੰ ਵਿਆਹ ਦਾ, ਵੀ ਭਾਈ ਜੇ ਤਾਂ ਮੈਂ ਜੇਲ੍ਹ 'ਚ ਹੋਇਆ ਫਿਰ ਤਾਂ ਆ ਨਹੀਂ ਸਕਦਾ, ਉੱਥੋਂ ਹੀ ਤਾਂ ਉਹ ਕਰ ਦੂੰਗਾ। ਨਹੀਂ, ਬੱਚਿਆਂ ਦੇ ਵਿਆਹ ਹੋਏ ਉਦੋਂ ਉਹਨਾਂ ਦਾ ਇੰਟਰਸਟ ਨਹੀਂ ਦਿਖਾਇਆ ਉਹਨੇ ਮਾੜਾ ਮੋਟਾ? ਬੱਚਿਆਂ ਦੀ ਪੜ੍ਹਾਈ ਵੇਲੇ ਕੋਈ ਇੰਟਰਸਟ ਦਿਖਾਇਆ ਹੋਵੇ? ਕੋਈ ਇੰਟਰਸਟ ਨਹੀਂ ਉਹਨਾਂ ਦਾ। ਉਹਨੂੰ ਇਹ ਨਹੀਂ ਪਤਾ ਸਾਡੇ ਬੱਚੇ ਪੜ੍ਹੇ ਕੀ ਨੇ, ਕੀ ਕੀਤਾ ਉਹਨਾਂ ਨੇ, ਕਿਵੇਂ ਉਹਨਾਂ ਦਾ ਵਿਆਹ ਹੋਇਆ। ਉਹ ਤਾਂ ਇੱਕ ਮਹਿਮਾਨ ਬਣ ਕੇ ਆਉਂਦੇ ਸੀ, ਉਹਨੂੰ ਟਾਈਮ ਹੁੰਦਾ ਸੀ। ਜੇ ਜੇਲ੍ਹ 'ਚ ਹੁੰਦੇ ਸੀ ਉਹ ਆਉਂਦੇ ਹੀ ਨਹੀਂ ਸੀ। ਬੜੇ ਬੇਟੇ ਦੀ ਜਦੋਂ ਅੰਗੇਜਮੈਂਟ ਹੋਈ ਹੈ ਉਸ ਟਾਈਮ ਇੱਥੇ ਲਾਡਵੇ ਧਰਨਾ ਸੀ ਗੰਨੇ ਦੇ ਬਾਰੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੁੰਡੇ ਦੀ ਅੰਗੇਜਮੈਂਟ ਹੈ, ਤੁਸੀਂ ਆ ਜਾਓ। ਕਿਹਾ ਜੇ ਮੈਨੂੰ ਨਾ ਲੈ ਗਈ ਪੁਲਿਸ ਚੱਕ ਕੇ ਫਿਰ ਤਾਂ ਆ ਜਾਊਗਾ, ਨਹੀਂ ਤਾਂ ਭਾਈ ਸਾਹਿਬ ਹੁਣੇ ਨੇ ਆਪੇ ਸਗਨ ਸੁਗਨ ਕਰ ਲੈਣਗੇ। ਫਿਰ ਚਲੋ ਰੱਬ ਦੀ ਦਇਆ ਹੋਈ, ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਮਿਲ ਗਿਆ। ਆਪਣੀ ਯੂਨੀਅਨ ਦੇ ਨਾਲ 2 ਗੱਡੀਆਂ ਲੈ ਕੇ ਆਏ, ਮੁੰਡੇ ਨੂੰ ਸਗਨ ਪਾਇਆ ਤੇ ਬਸ ਹੋਰ ਕੁਝ ਨਹੀਂ ਮੰਗਿਆ। ਉਹਨਾਂ ਨੇ ਆਖਿਆ ਵੀ ਮੇਰੀ ਯੂਨੀਅਨ ਭੁੱਖੀ ਬੈਠੀ ਹੈ, ਜਿਹੜੀ ਇੱਥੇ ਤੁਹਾਡੀ ਮਿਠਾਈ ਬਚੀ ਆ ਉਹ ਮੈਨੂੰ ਦੇ ਦਿਓ, ਮੇਰੇ ਬੰਦੇ ਖਾ ਲੈਣਗੇ ਉੱਥੇ। ਉਸੇ ਟਾਈਮ ਉੱਥੋਂ ਵਿਦਾ ਹੋ ਗਏ। ਬਸ ਇੰਨਾ ਕੀ ਹੈ। ਤੁਹਾਡੀ ਕਦੇ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਲੇਸ਼ ਹੁੰਦਾ ਹੈਗਾ ਵੀ ਤੁਸੀਂ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਸਮਾਂ ਨਹੀਂ ਕੱਢਦੇ? ਕਲੇਸ਼ ਕਰਕੇ ਕੀ ਬਣਨਾ, ਉਹ ਤਾਂ ਲੋਕਾਂ ਦੀ ਸੇਵਾ ਕਰ ਰਹੇ ਨੇ। ਆਪਣੇ ਲਈ ਤਾਂ ਸਾਰੀ ਦੁਨੀਆ ਜਿੰਦੀ ਹੈ, ਲੋਕਾਂ ਲਈ ਤਾਂ ਕੋਈ ਜਿੰਦਾ ਹੈ। ਇਹੋ ਜਿਹਾ ਬੰਦਾ ਤਾਂ ਕੋਈ ਮਿਲੇਗਾ ਤੁਹਾਨੂੰ, ਵਿਰਲਾ ਹੀ ਮਿਲਣਾ ਹੈ, ਜਿਵੇਂ ਦਾ ਗੁਰਨਾਮ ਸਿੰਘ ਚੜੂਨੇ। ਤੁਸੀਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਬਾਪੂ ਜੀ ਉਹਨਾਂ ਨਾਲ ਤੁਸੀਂ ਗੱਲ ਕਰ ਰਹੇ ਸੀ ਵੀ ਉਹਨਾਂ ਦਾ ਵਿਆਹ ਹੀ ਕਿਉਂ ਕਰਾਇਆ ਜੇ ਉਹਨਾਂ ਨੇ ਇਸ ਪਾਸੇ ਜਾਣਾ ਸੀਗਾ? ਨਹੀਂ, ਫਿਰ ਉਹ ਤਾਂ ਮੈਂ ਇਹਨੂੰ ਵੈਸੇ ਮਜ਼ਾਕ ਨਾਲ ਕਹਿ ਰਹੀ ਸੀ ਵੀ ਇਹਨਾਂ ਦਾ ਰਾਜਨੀਤੀ ਜ਼ਿਆਦਾ ਇੰਟਰਸਟ, ਇਹਨੂੰ ਘਰ ਦਾ ਇੰਟਰਸਟ ਹੈ ਹੀ ਨਹੀਂ ਬਿਲਕੁਲ ਵੀ। ਹੁਣ ਤਾਂ ਮੈਨੂੰ ਵੀ ਆਦਤ ਬਣ ਗਈ ਹੈ, ਪਰ ਮੈਂ ਵੈਸੇ ਟੋਕਿਆ ਨਹੀਂ ਇਹਨਾਂ ਨੂੰ ਕਦੀ। ਮੈਨੂੰ ਇਸ ਚੀਜ਼ ਤੇ ਬਹੁਤ ਗਰਵ ਹੈ। ਜੇ ਨਾ ਵਿਆਹ ਕਰਾਂਦੇ ਵਧੀਆ, ਕਿਤੇ ਸੀਐਮ ਲੱਗ ਜਾਂਦੇ, ਕਿਤੇ ਪੀਐਮ ਬਣ ਜਾਣਾ ਸੀਗਾ। ਹੁਣ ਲੱਗ ਜਾਣਾ, ਹੁਣ ਕਿਹੜਾ ਦਿੱਕਤ ਇਹਨਾਂ ਨੂੰ? ਅਸੀਂ ਕਿਹੜਾ ਦੇ ਮਗਰ ਜਾਣਾ ਸੀ, ਇੱਥੇ ਬੈਠੇ ਆ, ਲੱਗ ਜਾਣ ਸੀਐਮ ਲੱਗ ਜਾਣ। ਅੱਛਾ, ਇੱਕ ਗੱਲ ਹੋਰ ਦੱਸੋ ਕਿ ਮੈਂ ਬਾਪੂ ਜੀ ਨੂੰ ਵੀ ਸਵਾਲ ਪੁੱਛਿਆ ਸੀਗਾ, ਤੁਹਾਨੂੰ ਵੀ ਪੁੱਛਦੇ ਆ। ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਆ ਜਾਂ ਅੱਜ ਕੱਲ੍ਹ ਹਰ ਇੱਕ ਜਿੰਨੇ ਮੂੰਹ ਉਹਨੇ ਗੱਲਾਂ ਹੋ ਗਈਆਂ ਨੇ, ਬਹੁਤ ਵਾਰੀ ਕਹਿ ਦਿੰਦੇ ਕਿ ਪੈਸਾ ਬਹੁਤ ਬਣਾਇਆ, ਬਹੁਤ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ। ਆਖਰ ਕਿੱਥੇ ਕੁ ਨੇ ਉਹ ਜ਼ਮੀਨਾਂ ਜਾਇਦਾਦਾਂ, ਕਿੱਥੇ ਕੁ ਪੈਸਾ ਇਕੱਠਾ ਕਰ ਲਿਆ ਸੀ? ਇਹ ਸਵਾਲ ਸਾਨੂੰ ਵੀ ਮਿਲਦੇ ਨੇ। ਪਿੱਛੇ ਵੀ ਹੁਣ ਇਹਦੇ 'ਚ ਅੰਦੋਲਨ 'ਚ ਦੱਸਿਆ ਵੀ 10 ਕਰੋੜ ਲਿਆ ਗੁਰਨਾਮ ਸਿੰਘ ਨੇ, ਤੁਸੀਂ ਪੜ੍ਹਿਆ ਹੋਏਗਾ, ਪਤਾ ਲੱਗਿਆ ਹੋਏਗਾ। ਪਰ ਸਾਨੂੰ ਤਾਂ 10 ਕਰੋੜ ਕਿਤੇ ਦਿਖਿਆ ਨਹੀਂ। ਸਾਡੀ ਜਿਹੜੀ ਜ਼ਮੀਨ ਜਾਇਦਾਦ ਸੀ, ਜੋ ਵੀ ਸੀ ਸਾਡੇ ਤਾਂ ਇਹਨਾਂ ਨੂੰ ਭਾਜੀ ਨੇ ਪੁੱਛੋ, 3-4 ਕਿੱਲੇ ਰਹਿ ਗਏ ਨੇ। ਇਹਨਾਂ ਦੇ ਵੀ ਧੰਨਵਾਦ ਕਰਦੇ ਜਿਹੜੇ ਕੁਝ ਨਹੀਂ ਬੋਲੇ, ਵੀ ਜਿਹੜੀਆਂ ਇੰਨੀ ਕੁਰਬਾਨੀਆਂ ਦੇ ਕੇ ਸਾਡੇ ਲਈ, ਆਪਣੇ ਭਰਾ ਨੂੰ ਕਦੇ ਟੋਕਿਆ ਨਹੀਂ। ਬਸ ਇੰਨੀ ਕੁ ਜ਼ਮੀਨ ਹੈ। ਤੁਸੀਂ ਉਹ ਕਹਿਣ ਵੀ ਸਰਕਾਰ ਨੂੰ ਆਖੋ ਵੀ ਐਮਪੀ ਜਿਹਨਾਂ ਨੇ ਖਾਤੇ ਖੋਲ੍ਹੇ ਨੇ, ਉਹਨਾਂ ਦਾ ਮਤਲਬ ਹੈ ਵੀ ਇੱਥੇ ਤਾਂ ਭਰ ਗਏ ਉਹਨਾਂ ਦੇ ਸਾਰੇ ਬੈਂਕ, ਹੁਣ ਉਹ ਐਮਪੀ ਚਲੇ ਗਏ ਆਪਣੇ ਖਾਤੇ ਖੋਲ੍ਹਣ ਲਈ। ਪਰ ਸਾਡੀ ਅਸਲੀਅਤ ਇਹ ਹੈ ਕਿ ਸਾਨੂੰ ਬੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਕੀ ਔਖਾ ਕੀ ਹੁੰਦਾ ਤੁਹਾਨੂੰ ਕਿ ਉਹ ਤਾਂ ਚਲੋ ਸੰਘਰਸ਼ ਕਰਦੇ ਨੇ, ਕਦੇ ਤੁਹਾਨੂੰ ਵੀ ਕੋਈ ਦਿੱਕਤ ਆਈ ਹੈ ਪਰਿਵਾਰ ਨੂੰ ਪਿੱਛੋਂ? ਨਹੀਂ, ਸੰਘਰਸ਼ ਤੇ ਮੈਂ ਵੀ ਉਹਨਾਂ ਨਾਲ ਕਰਦੀ ਹਾਂ। ਮੈਂ ਜੇਲ੍ਹ 'ਚ ਗਈ ਉਹਨਾਂ ਨਾਲ 2002 'ਚ ਟਰਨ ਨਾਲ ਸੇ ਟੱਕਰ ਹੋਈ ਸੀ।
ਕੀ ਹੋਇਆ ਸੀਗਾ ਉਸ ਵੇਲੇ ਕੀ ਉਹ ਕਹਾਣੀ ਦੱਸੋ ਕੀ ਸੀਗੀ ਉਹ ਗੱਲਬਾਤ? ਇਹ ਸੀ ਬੇਟਾ ਇਹਦਾ ਉਹ ਸੀ ਇਲੈਕਸ਼ਨ ਸ਼ੂਗਰ ਮਿਲ ਦਾ, ਤੇ ਗੁਰਨਾਮ ਸਿੰਘ ਜੀ ਨੂੰ ਵੀ ਖੜਾ ਕੀਤਾ, ਇੱਕ ਬੰਦਾ ਹੋਰ ਸੀ ਉਹ ਵੀ ਸੀ, ਤੇ ਸਾਡੀਆਂ ਵੋਟਾਂ ਬਹੁਤ ਪਈਆਂ ਕਿਉਂਕਿ ਜਿਹੜਾ ਬੰਦਾ ਚੰਗਾ ਉਹਦੇ ਤੋਂ ਵੋਟਾਂ ਕੁਦਰਤੀ ਪੈਂਦੀਆਂ ਨੇ, ਤੇ ਵੋਟਾਂ ਉਹਨਾਂ ਨੇ ਜਾਲੀ ਵੀ ਪਾਇਆ, ਬਹੁਤ ਕੁਝ ਕੀਤਾ, ਸਾਡੀਆਂ ਵੋਟਾਂ ਫਿਰ ਵੀ ਵੱਧ ਗਈਆਂ। ਫਿਰ ਉਹਨਾਂ ਨੇ ਸਾਰਾ ਕੁਝ ਕਰਕੇ ਵੀ ਗੁਰਨਾਮ ਦੀਆਂ ਵੋਟਾਂ ਨਿਕਲੀਆਂ ਪਰ ਉਹਨੂੰ ਬਣਨ ਨਹੀਂ ਦਿੱਤਾ। ਫਿਰ ਅਸੀਂ ਆਪਣਾ ਰੋਸ ਪ੍ਰਦਰਸ਼ਨ ਤੇ ਕਰਨਾ ਹੀ ਸੀ। ਫਿਰ ਇਹਨਾਂ ਨੇ ਸਾਰੇ ਆਪਾਂ ਇਕੱਠੇ ਹੋ ਕੇ ਗਏ, ਉਹਨਾਂ ਨੇ ਸਾਨੂੰ ਇੱਥੇ ਅਸੀਂ ਰੈਲੀ ਕੱਢੀ, ਇਹਨਾਂ ਨੇ ਧਰਨਾ ਦਿੱਤੀ ਬਹੁਤ ਦਿਨ। ਗੁਰਨਾਮ ਸਿੰਘ ਜੀ ਹੋਰ ਆਪਣਾ ਪਿੰਡ ਸੀ, ਸਾਰੇ ਪਬਲਿਕ ਨਾਲ ਹੀ ਸੀ। ਚਲੋ ਜੀ ਫਿਰ ਉਦੋਂ ਇਹਦਾ ਅਸੀਂ ਚੁਟਾਲੇ ਦਾ ਪੁਤਲਾ ਫੂਕਿਆ, ਬੜੇ ਉਦੋਂ ਵੀ ਬੈਰੀਗੇਡ ਬੜੇ ਲਾਏ ਹੋਏ ਸੀ ਇਹਨਾਂ ਨੇ, ਸਾਰੇ ਨਾਕੇ ਬੰਦ ਕੀਤੇ ਸੀ ਗੁਰਨਾਮ ਨਾਲ ਜੀ। ਉਹਨੇ ਫਿਰ ਵੀ ਇੰਨੀ ਹਿੰਮਤ ਦਿਖਾਈ, ਉਹਦਾ ਅਕਾਲੀ ਵਾਲਾ ਉਹ ਪਾਇਆ ਬਾਣਾ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਚਟਾਲਾ ਸਾਹਿਬ ਬੈਠੇ ਸੀ ਰੈਸਟ ਹਾਊਸ, ਉਹਨਾਂ ਦੇ ਸਾਹਮਣੇ ਉਹਦਾ ਪੁਤਲਾ ਫੂਕਿਆ। ਫਿਰ ਆਪਾਂ ਸਾਰੇ ਸਾਨੂੰ ਜਿਹਦੀਆਂ ਪਿੰਡ ਦੀਆਂ ਬਹੁਤ ਲੇਡੀਜ਼ ਸੀ, ਕਈ ਬੱਸਾਂ ਭਰ ਕੇ ਲੈ ਗਏ ਕੁਰੂਸ਼ੇਤਰ, ਬਾਕੀਆਂ ਨੂੰ ਛੱਡਤਾ। ਸਾਨੂੰ ਫਿਰ ਉਹ ਜੇਲ੍ਹ ਚ ਲੈ ਗਏ। ਗੁਰਨਾਮ ਸਿੰਘ ਜੀ ਵੀ ਸੀ, ਉਹਨਾਂ ਨੂੰ ਤਾਂ ਸਵੇਰੇ ਪਤਾ ਲੱਗਿਆ ਕੋਰਟ ਜਦੋਂ ਆਪਾਂ ਇਕੱਠੇ ਹੋਏ ਸਾਰੇ। ਅੱਛਾ। ਤੇ ਬਾਕੀ ਨੂੰ ਭੇਜਤਾ ਸੀ। 6 ਜਨਾਨੀਆਂ ਸੀ, ਮੇਰੀ ਦਰਾਣੀ ਸੀ, ਮੈਂ ਸੀ, ਆਪਣੇ ਪਿੰਡ ਦੀਆਂ ਸੀ ਜੱਟਾਂ 'ਚੋਂ। ਸਾਨੂੰ 6 ਲੈ ਗਏ ਉਹ ਛਾਂਟ ਕੇ ਵੀ ਜਿਹੜੇ ਮੇਨ ਇਹਨਾਂ ਨੂੰ ਚੱਕ ਲਓ। ਫਿਰ ਕੋਰਟ 'ਚ ਆਪਾਂ ਗਏ ਆ, ਸਾਨੂੰ ਫਿਰ ਅੰਬਾਲੇ ਰੱਖਿਆ 14 ਦਿਨ। ਉਸ ਤੋਂ ਬਾਅਦ ਸਾਡੀ ਜ਼ਮਾਨਤ ਵੀ ਰੋਕਤੀ। ਚਲੋ ਜੀ ਜ਼ਮਾਨਤ ਹੋ ਗਈ, ਫਿਰ ਅਸੀਂ ਘਰੇ ਆ ਗਏ। ਫਿਰ ਅਸੀਂ ਪੂਰਾ ਅੰਦੋਲਨ ਕੀਤਾ। ਉਸ ਤੋਂ ਬਾਅਦ ਵੀ ਅਸੀਂ ਘਰ ਨਹੀਂ ਬੈਠੇ। ਉਸ ਤੋਂ ਬਾਅਦ 35 ਦਿਨਾਂ ਬਾਅਦ ਗੁਰਨਾਮ ਸਿੰਘ ਨੂੰ ਛੁਡਵਾ ਕੇ ਲਿਆਏ ਆਪਾਂ। ਕਦੇ ਕਿਸਾਨ ਅੰਦੋਲਨਾਂ ਦੇ ਵਿੱਚ ਜਾਣ ਨਾਲ ਪਰਿਵਾਰ ਨੂੰ ਕੋਈ ਫਾਇਦਾ ਹੋਇਆ ਕਿ ਬੱਚਿਆਂ ਦੀ ਜ਼ਿੰਦਗੀ ਸੈੱਟ ਹੋ ਗਈ ਹੋਵੇ, ਕਿ ਚਲੋ ਪ੍ਰਧਾਨ ਜੀ ਲੱਗੇ ਹੋਏ ਨੇ ਕਿਸੇ ਪਾਸੇ ਨੂੰ ਕੋਈ ਨੌਕਰੀ ਵਗੈਰਾ 'ਚ ਹੈਲਪ ਹੋ ਗਈ ਹੋਵੇ? ਕੁਛ ਨਹੀਂ, ਸਾਡੇ ਸਾਰੇ ਬੱਚੇ ਪੜ੍ਹੇ ਲਿਖੇ ਨੇ, ਕੋਈ ਨੌਕਰੀ ਤੇ ਨਹੀਂ। ਸਾਡੇ ਜਿਹੜਾ ਘਰ ਦਾ ਸੀ ਨਾ ਉਹ ਵੀ ਸਭ ਅੰਦੋਲਨ ਰਾਹੀਂ ਖਤਮ ਹੋ ਗਿਆ। ਸਾਨੂੰ ਕੋਈ ਬੱਚਾ ਜੋਬ ਤੇ ਨਹੀਂ। ਕਹਿੰਦੇ ਬਹੁਤ ਕੁਛ ਨੇ ਵੀ ਇਹਨਾਂ ਨੇ ਤੇ ਯੂਪੀ 'ਚ ਵੀ ਬੜੇ ਕਿੱਲੇ ਬਣਾ ਲਏ, ਬਰੇਲੀ ਚਲੇ ਗਏ। ਮੈਂ ਤਾਂ ਕਹਿੰਦੀ ਹਾਂ ਵੀ ਜਿਹੜੇ ਸਾਨੂੰ ਕਹਿੰਦੇ ਨੇ ਉੱਥੇ ਜਾ ਕੇ ਅਸੀਂ ਠੇਕੇ ਲੈਂਦੇ ਆਂ, ਖੇਤੀ ਕਰ ਲੈਣੋ ਫਰੀ 'ਚ, ਅਸੀਂ ਉੱਥੋਂ ਕੁਛ ਨਹੀਂ ਲਵਾਂਗੇ। ਸਾਡਾ ਉੱਤੇ ਕੁਝ ਨਹੀਂ, ਸਾਡੀ ਜਿਹੜੀ 2 ਤੇ 4 ਕਿੱਲੇ 3 ਇੱਥੇ ਬਚਿਆ ਬਸ। ਫਿਰ ਕਹਿਣ ਵਾਲੇ ਕਿਉਂ ਕਹੀ ਜਾਂਦੇ ਨੇ? ਫਿਰ ਮਤਲਬ ਇੱਕ ਗੱਲ ਹੁੰਦੀ ਨਾ, ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ, ਫਿਰ ਕਈ ਕਿਉਂ ਜਾਂਦੇ ਨੇ ਉਹ? ਤਾਂ ਕਹਿੰਦੇ ਨੇ ਵੀ ਹੋਟਲਾਂ 'ਚ ਵੀ ਰਹਿੰਦੇ ਨੇ। ਤੁਸੀਂ ਦੇਖਿਆ ਹੋਟਲਾਂ 'ਚ? ਤੁਸੀਂ ਤਾਂ ਮੀਡੀਆ ਵਾਲੇ ਤੁਸੀਂ ਦੇਖਦੇ ਹੋ ਕਿੱਥੇ ਰਹਿੰਦੇ ਨੇ ਗੁਰਨਾਮ ਸਿੰਘ ਜੀ। ਜਿੱਦਣ 26 ਜਨਵਰੀ ਦਾ ਰੌਲਾ ਹੋਇਆ ਉਦੋਂ ਜੇ ਕਿਸੇ ਦੇ ਆਪਣੇ ਘਰ 'ਚ ਉਹਨੂੰ ਪਨਾਹ ਦੇ ਦਿੱਤੀ ਨਾ ਪੈਣ ਨੂੰ, ਦਿੱਲੀ ਪ੍ਰਸ਼ਾਸਨ ਨੇ ਆਖਿਆ ਵੀ ਇਹਨਾਂ ਨੂੰ ਚੱਕ ਲਓ, ਅਸੀਂ ਤੁਹਾਨੂੰ ਪੈਸੇ ਦੇ ਦਾਂਗੇ, ਇਹਨੂੰ ਸੌਣ ਵੀ ਨਾ ਦਿਓ। ਇੱਥੇ ਤੱਕ ਸਰਕਾਰ ਕਰਦੀ ਹੈ। ਉਹਨਾਂ ਨੇ ਦੱਸਿਆ ਵੀ ਅਸੀਂ ਇਹਨਾਂ ਨੂੰ ਚੁਕਵਾਉਣ ਲੱਗੇ ਸੀ। ਅੰਦੋਲਨ ਖਤਮ ਕਰਨ ਵਾਸਤੇ ਸਾਰਾ ਕੁਝ ਸਰਕਾਰ ਤਾਂ ਕਰ ਰਹੀ ਹੈ, ਹਰ ਇੱਕ ਕੰਡਾ ਅਪਣਾਏਗੀ ਉਹ। ਪਰ ਅਸੀਂ ਇਸ ਗੱਲ ਤੋਂ ਡਰਨ ਵਾਲੇ ਨਹੀਂ ਹੈਗੇ। ਅਸੀਂ ਗੁਰਨਾਮ ਸਿੰਘ ਜੀ ਦੇ ਨਾਲ ਆ, ਸਾਡਾ ਸਾਰਾ ਪਰਿਵਾਰ, ਸਾਰਾ ਪਿੰਡ ਪੂਰਾ ਸੰਘਰਸ਼ ਕਰਾਂਗੇ ਜਦੋਂ ਤੱਕ ਆਪਣੀ ਜਿੱਤਾਂਗੇ। ਨਹੀਂ ਘਰ ਆਉਣਗੇ, ਉੱਥੇ ਹੀ ਰਹਿਣਗੇ। ਮਤਲਬ ਤੁਸੀਂ ਦੱਸ ਰਹੇ ਸੀ ਕਿ ਜੇਲ੍ਹ ਵਿੱਚ ਵੀ ਗਏ ਹੋ, ਉਸ ਤੋਂ ਬਾਅਦ ਵੀ ਕਦੇ ਜਾਣਾ ਪਿਆ? 2002 ਤੋਂ ਬਾਅਦ ਗੰਨੇ ਮਿਲ ਤੋਂ ਬਾਅਦ ਉਸ ਤੋਂ ਬਾਅਦ ਵੀ ਕਦੇ ਤੁਸੀਂ ਜੇਲ੍ਹ ਗਏ ਹੋ? ਕਦੇ ਪਰਿਵਾਰ ਨੂੰ ਆ ਕੇ ਪੁਲਿਸ ਵੱਲੋਂ ਤੰਗ ਕੀਤਾ ਗਿਆ ਹੋਵੇ? ਪੁਲਿਸ ਜਦੋਂ ਹੁਣ ਪੁਲਿਸ ਤਾਂ ਸਾਡੇ ਘਰੇ ਆਉਂਦੀ ਹੈ, ਫਿਰ ਡਰਦੇ ਨਹੀਂ ਹੁਣ ਪੁਲਿਸ ਤੋਂ। ਪੁਲਿਸ ਆ ਕੇ ਸਾਡੇ ਘਰ ਹੱਥਾਪਾਈ ਵੀ ਕਰਦੀ ਹੈ, ਮਾਰ ਕੁੱਟੀ ਹੁੰਦੀ, ਅਸੀਂ ਵੀ ਕੁੱਟਦੇ ਹਾਂ ਨਾਲ ਲੱਗੇ। ਅਸੀਂ ਡਰਦੇ ਨਹੀਂ ਹੁਣ ਪੁਲਿਸ ਤੋਂ। ਬਰਾਬਰ ਹੁੰਦੀ ਹੈ ਮੁੱਠਭੇੜ? ਅਸੀਂ ਡਰਦੇ ਨਹੀਂ ਪੁਲਿਸ ਵਾਲਿਆਂ ਤੋਂ, ਕਿਉਂਕਿ ਪੁਲਿਸ ਵਾਲੇ ਵੀ ਸਾਡੇ ਮੁੰਡੇ ਨੇ। ਉਹ ਤਾਂ ਵਿਚਾਰੇ ਬੇਬਸ ਨੇ, ਉਹਨੂੰ ਧੱਕੇ ਨਾਲ ਵਾੜ ਦਿੰਦੇ ਨੇ। ਪਰ ਉਹ ਵੀ ਨਾ ਪੁਲਿਸ ਕਰਮੀ ਜਿਹੜੇ ਹੁੰਦੇ ਨੇ ਉਹ ਵੀ ਦਾਰੂ ਪੀ ਗਏ ਨੇ, ਲੋਕਾਂ ਦੇ ਘਰੇ ਵੜਦੇ ਨੇ ਰਾਤ ਨੂੰ। ਕਦੇ ਆਏ ਤੁਹਾਡੇ ਘਰ ਦਾਰੂ ਪੀ ਕੇ? ਪਿਛਲੇ ਸਾਲ ਗੁਰਨਾਮ ਸਿੰਘ ਦੀ ਪੀਪੜੀ ਰੈਲੀ ਸੀ, ਉਹਨੇ ਸਾਡਾ ਦਰਵਾਜ਼ਾ ਖਟਖਟਾਇਆ, ਅਸੀਂ ਖੋਲ੍ਹਿਆ, ਉਹਨਾਂ ਨੇ ਬੜੀ ਬਦਸਲੂਕੀ ਕੀਤੀ। ਇਹਦੇ ਬੜੇ ਭਾਜੀ ਗੁਰਦੀਪ ਸਿੰਘ ਜੀ, ਮੇਰਾ ਬੇਟਾ ਹੈ ਬੜਾ, ਉਹਦਾ DMC ਐਡਮਿਟ ਸੀ ਉਹ, ਤੇ ਉਹਨਾਂ ਨੂੰ ਵੀ ਲੈ ਗਏ, ਇਹਨਾਂ ਨੂੰ ਵੀ ਲੈ ਗਏ। ਧੱਕਾ ਮੁੱਕੀ ਕਰਕੇ ਵੀ ਛੱਡ ਦਾਂਗੇ, ਸਵੇਰੇ ਨਹੀਂ ਛੱਡਿਆ। ਸਵੇਰੇ ਫਿਰ ਸਾਡੇ ਘਰੇ ਪੁਲਿਸ ਆਈ, ਜਿਹੜਾ SHO ਸੀ, ਇੱਕ ਜਿਹਨੇ ਰਾਤ ਨੂੰ ਗੁੰਡਾਗਰਦੀ ਦਿਖਾਈ, ਉਹ ਵੀ ਸਵੇਰੇ ਆਏ। ਤੇ ਮੈਂ ਇਹਨਾਂ ਨੂੰ ਬੈਠਾ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਬਹੁਤ ਸਾਡੀ ਇੱਜ਼ਤ ਕੀਤੀ ਰਾਤੀ, ਬੈਠੋ ਤੁਸੀਂ ਚਾਹ ਪਾਣੀ ਪੀਓ। ਉਹਨਾਂ ਨੂੰ ਚਾਹ ਪਾਣੀ ਦਿੱਤਾ। ਉਹ ਗੁਰਨਾਮ ਸਿੰਘ ਨੇ ਉਹਨਾਂ ਨੂੰ ਫੜਨਾ ਸੀ, ਉਹਨਾਂ ਨੇ ਤੇ ਮੈਂ ਆਪਣੇ ਇੱਥੋਂ ਕਲੋਨੀ 'ਚੋਂ ਜਨਾਨੀਆਂ ਇਕੱਠੀ ਕਰਕੇ ਖੂਬ ਨਾਅਰੇ ਲਾਏ, ਉਹਨਾਂ ਦੀ ਵੀਡੀਓ ਬਣਾਈ। ਗੁਰਨਾਮ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਚਾਹ ਪਾਣੀ, ਤੁਸੀਂ ਪੱਗ ਬੰਨੋ, ਨਿਕਲ ਜਾਓ। ਦੂਜੇ ਪਾਸੇ ਨੂੰ ਕੱਢਤਾ ਉਹਨਾਂ ਨੂੰ। ਪੁਲਿਸ ਵਾਲੇ ਬੈਠੇ ਰਹਿ ਗਏ ਇੱਥੇ। ਫਿਰ ਅਸੀਂ ਐਂ ਵੀ ਕਰਨੇ ਆ ਪੁਲਿਸ ਵਾਲਿਆਂ ਨਾਲ, ਕਿਉਂਕਿ ਹੁਣ ਸਾਨੂੰ ਭੇਦ ਹੋ ਗਿਆ ਉਹਨਾਂ ਦਾ, ਅਸੀਂ ਡਰਦੇ ਨਹੀਂ। ਕਦੇ ਸਰਕਾਰਾਂ ਦੇ ਨਾਲ ਟੱਕਰ ਲੈਂਦੇ ਹੋ, ਉਹ ਟੱਕਰ ਲੈਂਦੇ ਨੇ, ਕਦੇ ਡਰ ਨਹੀਂ ਲੱਗਿਆ? ਨਹੀਂ, ਕੋਈ ਡਰ ਨਹੀਂ ਲੱਗਿਆ। ਸਰਕਾਰਾਂ ਅਸੀਂ ਬਣਾਉਂਦੇ ਹਾਂ, ਸਾਨੂੰ ਬਣਾਉਣੀ ਨਹੀਂ ਚਾਹੀਦੀ। ਹੁਣ ਲੋਕੀ ਐਂ ਵੀ ਕਹਿੰਦੇ ਨੇ, ਸਰਕਾਰਾਂ ਵੀ ਕਹਿੰਦੀਆਂ ਨੇ ਵੀ ਇਹ ਰਾਜਨੀਤੀ ਕਿਉਂ ਕਰਦੇ ਨੇ, ਲੁੱਟਣ ਖਾਣ ਦਾ ਸਭ ਇਹਨਾਂ ਨੂੰ ਹੱਕ ਰਹਿ ਗਿਆ। ਤੁਸੀਂ ਐਂ ਦੇਖੋ, ਰੇਲਾਂ ਅੰਬਾਨੀਆਂ ਅਡਾਨੀ ਦੀਆਂ ਹੋ ਗਈਆਂ, ਬੈਂਕ ਵਿਕ ਗਏ, ਏਅਰਪੋਰਟ ਵਿਕ ਗਏ। ਜਿਹੜੇ ਲਾਲ ਕਿਲ੍ਹੇ 'ਤੇ ਇਹਨੇ ਰੌਲਾ ਕੀਤਾ ਹੈ ਉਹ ਵੀ ਇਹਨੇ ਵੇਚਤਾ। 1.5 ਕਰੋੜ 'ਚ ਮੋਲ ਲੈਂਦਾ ਹੈ 26 ਜਨਵਰੀ ਤੇ 15 ਅਗਸਤ ਨੂੰ। ਤੇ ਇਹਦੇ ਬਾਪ ਦਾ ਲਾਲ ਕਿਲ੍ਹਾ ਹੈ, ਜਿੱਥੇ ਕਹਿੰਦੇ ਉਹਨੇ ਝੰਡਾ ਹਰਾਤਾ। ਫਿਰ ਕਹਿੰਦੇ ਵੀ ਇਹ ਤਾਂ ਉਗਰਵਾਦੀ ਨੇ, ਖਾਲਿਸਤਾਨੀ ਨੇ, ਫਲਾਣੇ ਨੇ, ਟਿਕੜੇ ਨੇ। ਕੋਈ ਨਹੀਂ, ਉਹ ਸਾਰੇ ਕਿਸਾਨ ਹੀ ਨੇ। ਗੁਰਨਾਮ ਸਿੰਘ ਜੀ ਤੇ ਇਹ ਵੀ ਵਾਅਦਾ ਕੀਤਾ ਵੀ ਜਿਹੜੇ ਫੜੇ ਅਸੀਂ ਇਹਨਾਂ ਨੂੰ ਛਡਾਵਾਂਗੇ। ਤੁਸੀਂ ਦੇਖਿਆ ਹੋਏਗਾ, ਖਬਰ ਆਈ ਹੋਣੀ ਵੀ। ਅੱਛਾ, ਇੱਕ ਗੱਲ ਹੋਰ ਦੱਸੋ, ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ 32 ਜਥੇਬੰਦੀਆਂ ਬੈਠੀਆਂ ਨੇ ਉੱਥੇ, ਬਾਕੀਆਂ 'ਚ ਵੀ ਬੜੀ ਜਥੇਬੰਦੀਆਂ ਨੇ। ਹਰਿਆਣਾ 'ਚ ਇੱਕ ਜਥੇਬੰਦੀ ਕਿਉਂ ਆ? ਤੇ ਗੁਰਨਾਮ ਜੀ ਨੂੰ ਕਿਉਂ ਪ੍ਰਧਾਨ ਬਣਾਤਾ? ਹੋਰ ਕੋਈ ਨਹੀਂ ਸੀ ਪ੍ਰਧਾਨ ਤਾਂ ਬਣਾਤਾ, ਜਾਂ ਫਿਰ ਹੋਰ ਕਾਰਨ ਕੀ ਮੰਨਦੇ ਉਹਦਾ? ਇਹ ਤਾਂ ਤੁਸੀਂ ਪਬਲਿਕ ਤੇ ਪੁੱਛ ਸਕਦੇ ਹੋ ਵੀ ਗੁਰਨਾਮ ਸਿੰਘ ਨੂੰ ਕਿਉਂ ਬਣਿਆ। ਆਪੋ ਆਪਣੀ ਵਡਿਆਈ ਨਹੀਂ ਕਰਦੇ ਇਸ ਗੱਲ ਦੀ।
ਜਿਹੜਾ ਬੰਦਾ ਉਹਨੂੰ ਚੰਗਾ ਲੱਗਿਆ ਉਹਨੂੰ ਹੀ ਪ੍ਰਧਾਨ ਬਣਾਉਣਗੇ। ਪ੍ਰਧਾਨ ਬਣਨਾ ਕਿਹੜਾ ਸੌਖਾ ਹੈ, ਬਹੁਤ ਸੰਘਰਸ਼ ਕਰਨੇ ਪੈਂਦੇ ਨੇ, ਬਹੁਤ ਕੁਝ ਸੁਣਨਾ ਪੈਂਦਾ, ਬਰਦਾਸ਼ਤ ਕਰਨਾ ਪੈਂਦਾ। ਪਰਿਵਾਰ ਨੂੰ ਕਿੰਨਾ ਕੁਝ ਸੁਣਨਾ ਪੈਂਦਾ? ਪਰਿਵਾਰ ਤੇ ਸੁਣਦਾ ਹੀ ਹੈ ਵੀ 10 ਕਰੋੜ ਖਾ ਲਿਆ, ਜ਼ਮੀਨ ਬਣਾ ਲਈ, MP ਚ ਇੰਨੀ ਹੈ, ਫਲਾਣੀ ਹੈ, ਢਿਕੜੀ ਹੈ, ਖਾਤੇ ਇਹਨਾਂ ਦੇ। ਉਹ ਤੇ ਅਸੀਂ ਉਹ ਤੇ ਬਸ ਹੀ ਸੁਣਨਾ ਹੀ ਪੈਣਾ ਸਾਨੂੰ, ਉਹ ਸੁਣਾਂਗੇ ਅਸੀਂ। ਜਦੋਂ ਕੋਈ ਇਹੋ ਜਿਹੀ ਅਫਵਾਹ ਉੱਡਦੀ ਹੈ ਉਦੋਂ ਗੱਲਬਾਤ ਕਰਦੇ ਹੋ ਉਹਨਾਂ ਨਾਲ ਵੀ 10 ਕਰੋੜ ਤੁਸੀਂ ਲੈ ਕੇ ਕਿੱਥੇ ਰੱਖ ਲਿਆ, ਕਿਹੜੇ ਖਾਤੇ 'ਚ ਰੱਖਿਆ, ਸਾਨੂੰ ਤਾਂ ਦਿੱਤਾ ਹੀ ਨਹੀਂ? ਜੇ ਲੈਣਗੇ ਤਾਂ ਹੀ ਦੱਸਣਗੇ ਨਾ, ਲਿਆ ਤੇ ਹੈ ਹੀ ਨਹੀਂ। ਇਹ ਗੱਲ ਕਰਦੇ ਫੋਨ ਤੇ ਗੱਲਬਾਤ ਹੁੰਦੀ ਹੋਗੀ? ਕਿ ਅਸੀਂ ਬੜਾ ਬੇਟਾ ਮਜ਼ਾਕ ਕਰਦਾ ਸੀ ਛੋਟੇ ਵਾਲਾ ਵੀ ਜਿਹੜਾ ਤੁਸੀਂ 10 ਕਰੋੜ ਲਿਆਓ ਮੇਰਾ ਹਿੱਸਾ ਕਿੱਥੇ ਹੈ। ਉਹ ਮਜ਼ਾਕ ਕਰਦੇ ਨੇ। ਵੈਸੇ ਗੁਰਨਾਮ ਸਿੰਘ ਬੜੇ ਇਮਾਨਦਾਰ ਨੇ, ਉਹ ਕਿਸੇ ਦੇ 1 ਰੁਪਈਆ ਵੀ ਖਾ ਕੇ ਰਾਜੀ ਨਹੀਂ, ਖਾਣਗੇ ਨਹੀਂ, ਬੇਈਮਾਨ ਬੰਦੇ ਨਹੀਂ ਹੈਗੇ। ਅੱਛਾ, ਘਰ ਕਦੋਂ ਆਉਂਦੇ ਨੇ ਘਰ ਵਿੱਚ ਵਿਚਾਲੇ? ਬਸ ਘਰ ਜਿਵੇਂ ਕੋਈ ਇੱਧਰ ਦਾ ਪ੍ਰੋਗਰਾਮ ਹੁੰਦਾ ਹਰਿਆਣੇ ਦਾ, ਜਿਵੇਂ ਫਤਿਹਗੜ੍ਹ ਸਾਹਿਬ ਗਏ ਸੀ ਜਾਂ ਯਮੁਨਾ ਨਗਰ ਦਾ ਕੋਈ ਪ੍ਰੋਗਰਾਮ ਹੈ ਤਾਂ 5-10 ਮਿੰਟ ਵਾਸਤੇ ਆਪਣੀ ਯੂਨੀਅਨ ਦੇ ਨਾਲ ਹੀ ਆਉਂਦੇ ਨੇ। ਉਹ ਉੱਥੇ ਲੰਗਰ ਛਕਿਆ ਫਿਰ ਉਹ ਉਸੇ ਡਿਊਟੀ ਤੇ ਚਲੇ ਜਾਂਦੇ ਨੇ। ਵੱਡੇ ਬੇਟੇ ਤੇ ਸੱਟ ਵੀ ਲੱਗੀ ਸੀ, ਉਦੋਂ ਆਏ ਸੀ ਘਰੇ? ਵੱਡੇ ਬੇਟੇ ਦੀ ਸੁਣੋ, ਵੱਡੇ ਬੇਟੇ ਦੇ ਸੱਟ ਲੱਗੀ, ਸਿਰ 'ਚ ਵੀ ਚੋਟ ਆਈ ਹੈ, ਪੈਰ ਵੀ ਟੁੱਟ ਗਿਆ ਹੈ, ਅੱਖ 'ਤੇ ਵੀ ਕਾਫੀ ਹੈ। ਗੁਰਨਾਮ ਸਿੰਘ ਜੀ ਇੰਨੇ ਸੰਘਰਸ਼ੀ ਨੇ ਕਿ ਜਿਨ੍ਹਾਂ ਦਾ ਇੱਕ ਨੌਜਵਾਨ ਬੇਟਾ ਹਸਪੀਟਲ 'ਚ ਮੌਤ ਦੇ ਨਾਲ ਜੂਝ ਰਿਹਾ ਹੋਏ ਤੇ ਉਹ ਬਾਪ ਬੇਟੇ ਦੇ ਕੋਲ ਨਹੀਂ ਰਹਿ ਸਕਿਆ। ਸਿਰਫ 2 ਮਿੰਟ ਵਾਸਤੇ ਜਿਵੇਂ ਦੂਸਰੇ ਬੰਦੇ ਪਤਾ ਲੈਣ ਆਏ ਐਵੇਂ ਆਇਆ, ਫਿਰ ਉਹ ਲੋਕਾਂ ਦੇ ਸੰਘਰਸ਼ ਲਈ ਫਿਰ ਦਿੱਲੀ ਚਲਾ ਗਿਆ। ਉਹਨੇ ਮੁੜ ਕੇ ਲੁਧਿਆਣੇ ਜਾ ਕੇ ਐਂ ਦੇਖਿਆ ਮੇਰਾ ਬੇਟਾ ਕਿਵੇਂ ਹੈ। ਹੁਣ ਠੀਕ ਨੇ ਉਹ? ਹੁਣ ਇਸ ਤੋਂ ਵੱਡੀ ਕੁਰਬਾਨੀ ਅਸੀਂ ਕੀ ਦੇ ਸਕਦੇ ਹਾਂ, ਦੱਸੋ ਤੁਸੀਂ? ਹੁਣ ਠੀਕ ਨੇ ਜੀ ਉਹ? ਹੁਣ ਠੀਕ ਨੇ, ਫ੍ਰੈਕਚਰ ਤਾਂ ਹੈ, ਪਲਸਤਰ ਵਗੈਰਾ ਲੱਗਾ ਹੋਇਆ ਹੈ। ਬਿਲਕੁਲ ਇਹ ਉਹਨਾਂ ਦੀ ਧਰਮ ਪਤਨੀ ਜੀ ਸੀਗੇ ਜਿਨ੍ਹਾਂ ਦਾ ਕਹਿਣਾ ਸੀ ਕਿ ਚੜੂਨੀ ਸਾਹਿਬ ਘਰ ਆਉਂਦੇ ਨੇ, ਘੱਟ ਵੱਧ ਹੀ ਆਉਂਦੇ ਨੇ, ਤੇ ਕਦੇ ਪਰਿਵਾਰ ਦੇ ਵਿੱਚ ਕੋਈ ਦਿੱਕਤ ਆਵੇ ਤਾਂ ਉਸ ਨੂੰ ਜਿਸ ਤਰੀਕੇ ਨਾਲ ਕੋਈ ਰਿਸ਼ਤੇਦਾਰ ਆ ਗਿਆ, ਕੋਈ ਦੋਸਤ ਮਿੱਤਰ ਆ ਕੇ ਪਤਾ ਲੈ ਗਿਆ ਤਾਂ ਉੱਦਾਂ ਪਤਾ ਲੈ ਕੇ ਵਾਪਸ ਮੁੜ ਗਏ, ਪਰ ਕਦੇ ਆ ਕੇ ਘਰਦਿਆਂ ਨਾਲ ਉਸ ਤਰੀਕੇ ਦੇ ਨਾਲ ਬੈਠੇ ਨਹੀਂ। ਕਦੇ ਘਰਦਿਆਂ ਦੇ ਨਹੀਂ ਹੋਏ, ਕਿਸਾਨਾਂ ਦੇ ਹੋਏ ਨੇ। ਉਹਨਾਂ ਦੇ ਬੇਟੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਬੇਟੇ ਤੋਂ ਪੁੱਛਦੇ ਆ, ਨਵੀਂ ਪੀੜ੍ਹੀ ਹੈ, ਨਵੀਂ ਪੀੜ੍ਹੀ ਕੀ ਸੋਚਦੀ ਹੈ? ਕਿਉਂਕਿ ਨਵੀਂ ਪੀੜ੍ਹੀ ਦੇ ਬੜੇ ਇਤਰਾਜ਼ ਹੁੰਦੇ ਨੇ, ਬੜੇ ਨਵੀਂ ਸੋਚ ਹੈ। ਨਵੀਂ ਸੋਚ ਨੂੰ ਪੁੱਛਦੇ ਆ ਕਿ ਨਵੀਂ ਸੋਚ ਪੁਰਾਣੀ ਸੋਚ ਨਾਲ ਕਿੰਨੀ ਕੁ ਤਾਲਮੇਲ ਖਾਂਦੀ ਹੈ? ਬਾਪੂ ਜੀ ਨਾਲ ਕਿੰਨੀ ਕੁ ਤੁਹਾਡੀ ਸੋਚ ਮੇਲ ਮਿਲਾਪ ਕਰ ਜਾਂਦੀ ਹੈ? ਦੇਖੋ ਜੀ, ਪਿਓ ਪੁੱਤ ਦੇ ਝਗੜੇ ਤਾਂ ਮੁੱਢਾਂ ਤੋਂ ਚੱਲਦੇ ਆਏ ਨੇ, ਮਾੜੀ ਮੋਟੀ ਗੱਲ ਤੇ ਤਾਂ ਹੁੰਦਾ ਹੀ ਹੈ। ਹੁਣ ਜਿਵੇਂ ਕਿ ਮੇਰੀ ਪੜ੍ਹਾਈ ਲਿਖਾਈ ਹੋਈ ਹੈ, ਮੇਰੇ ਖਿਆਲ ਨਾਲ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਮੈਂ ਕੀ ਕੁਛ, ਤੁਸੀਂ ਪੁੱਛ ਲਿਓ ਉਹਨਾਂ ਨੂੰ ਵੀ ਤੁਹਾਡੇ ਬੇਟੇ ਨੇ ਕੀ ਕੁਛ ਸਟੱਡੀ ਕੀਤੀ, ਉਹਨਾਂ ਨੂੰ ਪਤਾ ਨਹੀਂ ਹੋਣਾ। ਕਿਉਂ ਕਦੇ ਨਾ ਸਕੂਲ 'ਚ ਨਾ ਕਾਲਜ 'ਚ ਨਾ ਕਦੇ ਵੀ ਉਹਨਾਂ ਨੂੰ ਗਏ ਨਹੀਂ, ਮਤਲਬ ਨਾ ਹਾਲ ਚਾਲ ਪੁੱਛਣ ਨਾ ਇਸ ਤਰ੍ਹਾਂ ਵੀ। ਫਿਰ ਮਾੜੇ ਮੋਟੇ ਦਾ ਮਨ ਮੁਟਾਵ ਕੋਈ ਵੀ ਹੈ, ਤੁਸੀਂ ਮੇਰੀ ਥਾਂ ਬਹਿ ਕੇ ਦੇਖੋਗੇ ਮਾੜਾ ਮੋਟਾ ਤਾਂ ਹੁੰਦਾ ਹੀ, ਸਾਨੂੰ ਪੁੱਛਦੇ ਨਹੀਂ ਕੀ ਕਰਦੇ ਹੋ, ਕਾਰੋਬਾਰ ਕਿਵੇਂ ਚੱਲਦਾ ਹੈ। ਉਹ ਬਸ ਕਿਸਾਨਾਂ ਨਾਲ ਹੀ ਹੋ ਜਾਂਦੀ ਹੈ ਫੋਨ ਤੇ ਗੱਲਬਾਤ? ਹੁਣ ਪੁੱਛਦੇ ਹੋ ਕੋਈ ਗੱਲਬਾਤ ਵੀ ਕਿੱਥੇ ਬੈਠੇ ਹੋ, ਠੀਕ ਠਾਕ ਹੋ? ਤੁਸੀਂ ਹਾਲ ਚਾਲ ਪੁੱਛਦੇ ਹੋ ਉਹਨਾਂ ਦਾ? ਦੇਖੋ ਹਾਲ ਚਾਲ ਤਾਂ ਕਦੇ ਤਾਂ ਹੀ ਪੁੱਛ ਲਈਦਾ ਜੀ। ਤੇ ਵੈਸੇ ਵੀ ਘਰੋਂ ਗੱਲਬਾਤ ਮੰਮੀ ਹਨਾ ਨਾ ਹੁੰਦੀ ਹੋਇਆ ਉਹਨਾਂ ਦੀ, ਤੇ ਪਤਾ ਲੱਗ ਜਾਂਦਾ ਵੀ ਵਧੀਆ ਠੀਕ ਠਾਕ ਨੇ। ਅੱਜ ਖੁਸ਼ੀ ਹੁੰਦੀ ਹੈ ਬਾਪੂ ਜੀ ਨੂੰ ਉੱਥੇ ਦੇਖ ਕੇ? ਦੇਖੋ ਖੁਸ਼ੀ ਤਾਂ ਹੈ ਜੀ, ਕੋਈ ਸਾਡੇ ਯਾਰ ਦੋਸਤ ਵੀ ਜਾਂ ਜਿਹੜੇ ਆਪਣੇ ਕੰਮ ਤੋਂ ਰਿਲੇਟਡ ਕਿਸੇ ਨਾਲ ਵੀ ਕਦੇ ਗੱਲ ਹੁੰਦੀ ਹੈ ਤਾਂ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਗੁਰਨਾਮ ਸਿੰਘ ਜੀ ਦੇ ਬੇਟੇ ਹੋ, ਤੇ ਕੰਮ ਜੇ ਨਹੀਂ ਵੀ ਹੋਣਾ ਹੁੰਦਾ ਉਹ ਹੋ ਜਾਂਦਾ, ਤੇ ਉਸ ਚੀਜ਼ ਦਾ ਬਹੁਤ ਮਾਣ ਹੁੰਦਾ ਹੈ ਜੀ ਵੀ ਵਧੀਆ ਕੰਮ ਕਰ ਰਹੇ ਆ, ਲੋਕਾਂ ਦੀ ਸੇਵਾ ਭਲਾਈ ਦਾ ਕੰਮ ਕਰ ਰਹੇ ਆ, ਇਮਾਨਦਾਰੀ ਨਾਲ ਚੱਲ ਰਹੇ ਆ, ਤੇ ਪਰਮਾਤਮਾ ਵੀ ਦਿੰਦਾ ਹੈ ਜੀ ਫਲ। ਦੇਖੋ ਹੁਣ ਬਾਂਹ ਫੜਦਾ ਪਰਮਾਤਮਾ, ਤਾਂ ਫਿਰ ਹੁਣ ਫੜੀ ਹੋਈ ਹੈ ਤੇ ਵਧੀਆ ਮਾਣ ਮਹਿਸੂਸ ਹੁੰਦਾ ਹੈ ਜੀ। ਰਾਜਨੀਤੀ ਗੱਲ ਪਹਿਲਾਂ ਬੇਬੇ ਜੀ ਵੀ ਕਰ ਰਹੇ ਸੀ, ਉਹ ਕਹਿ ਰਹੇ ਸੀ ਵੀ ਰਾਜਨੀਤੀ ਦੇ ਵਿੱਚ ਜੇ ਬਾਕੀ ਆ ਸਕਦੇ ਆ ਤਾਂ ਕਿਸਾਨ ਕਿਉਂ ਨਹੀਂ? ਪਹਿਲਾਂ ਵੀ 1-2 ਜਗ੍ਹਾ ਟਿਕਟ ਲਈ ਆ ਉਹਨਾਂ ਨੇ, 1-2 ਪਾਰਟੀ ਤੋਂ ਲਈ ਨੇ, ਆਜ਼ਾਦ ਵੀ ਖੜੇ ਨੇ। ਫਿਰ ਤੁਸੀਂ ਕੀ ਮੰਨਦੇ ਹੋ ਕਿ ਜਦੋਂ ਉੱਥੇ ਸੰਘਰਸ਼ ਨਿਬੜਦਾ ਹੈ, ਸੰਘਰਸ਼ ਸਫਲ ਹੁੰਦਾ ਹੈ, ਤੇ ਉਸ ਤੋਂ ਬਾਅਦ ਆ ਕੇ ਕਿਸਾਨਾਂ ਨੂੰ ਖੁਦ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ, ਕਿਸਾਨ ਆਗੂਆਂ ਨੂੰ ਆਉਣਾ ਚਾਹੀਦਾ? ਤੁਹਾਨੂੰ ਲੱਗਦਾ ਹੈ ਕਿ ਨਵੀਂ ਸੋਚ ਦੇ ਕੀ ਸੋਚਦੀ ਹੈ ਇਸ ਬਾਰੇ? ਦੇਖੋ ਸੰਘਰਸ਼ ਤਾਂ ਇੱਕ ਪਾਸੇ ਹੈ ਜੀ, ਇਹ ਤਾਂ ਹੁਣ ਚੱਲ ਰਿਹਾ, ਅੱਗੇ ਵੀ ਚੱਲੂਗਾ, ਠੀਕ ਹੈ। ਲੇਕਿਨ ਕੀ ਚੀਜ਼ ਹੈ ਕਿ ਜਦੋਂ ਸਾਡੇ ਆਗੂ ਜਾਂ ਚੰਗੇ ਬੰਦੇ ਜੋ ਵੀ, ਦੇਖੋ ਕਿਸਾਨ ਜਿਹੜੀ ਯੂਨਿਟੀ ਹੈ ਬਹੁਤ ਚੰਗੀ ਹੈ, ਜਿਹੜੀ ਮਤਲਬ ਕਿ ਇਹ ਜਿਹੜੇ ਪੋਲੀਟੀਸ਼ੀਅਨ ਜਿੱਤਦੇ ਆ ਇਹ ਲਗਭਗ ਕਿਸਾਨਾਂ ਦੀ ਵੋਟ 'ਤੇ ਜਿੱਤਦੇ ਆ। 70-80% ਵੋਟ ਤਾਂ ਪਿੰਡਾਂ ਦੀ ਹੁੰਦੀ ਹੈ। ਪਿੰਡ ਵਾਲੇ ਕੰਮ ਕੀ ਕਰਦੇ? ਖੇਤੀਬਾੜੀ ਦਾ ਹੀ ਸਾਰੇ ਕੰਮ ਕਰਦੇ ਆ, ਠੀਕ ਗੱਲ। ਤਾਂ ਕੀ ਹੈ ਕਿ ਰਾਜਨੀਤੀ ਹੁਣ ਸਾਨੂੰ ਕੋਈ ਜਿਵੇਂ ਕਿ ਪ੍ਰੋਬਲਮ ਆ ਗਈ, ਕਿਸਾਨ ਨੂੰ ਕੋਈ ਪ੍ਰੋਬਲਮ ਆ ਗਈ, ਠੀਕ ਹੈ। ਹੁਣ ਅਸੀਂ ਇੱਕ ਪਾਰਲੀਮੈਂਟ ਤੋਂ ਹੀ ਆਵਾਜ਼ ਪਹੁੰਚਾਉਣੀ ਹੈ ਜਾਂ ਸਰਕਾਰ ਤੋਂ ਹੀ ਆਵਾਜ਼ ਪਹੁੰਚਾਉਣੀ ਹੈ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਂਦਾ ਹੈ, ਠੀਕ ਹੈ। ਉੱਥੇ ਕਈ ਹਜ਼ਾਰ ਆਦਮੀ ਇਕੱਠੇ ਹੋ ਕੇ ਐਜੀਟੇਸ਼ਨ ਕਰਨਾ ਪੈਂਦਾ, ਭੁੱਖ ਹੜਤਾਲਾਂ 'ਤੇ ਬਹਿਣਾ ਪੈਂਦਾ, ਤਾਂ ਜਾ ਕੇ ਬੋਲੀ ਸਰਕਾਰ ਨੂੰ ਆਵਾਜ਼ ਸੁਣਦੀ ਹੈ, ਇੱਦਾਂ ਨਹੀਂ ਸੁਣਦੀ। ਹੁਣ ਸਾਡੇ ਆਗੂ ਜਿਹੜੇ ਸਾਡੀ ਫਿਕਰ ਕਰਦੇ ਆ, ਜੇ ਉਹ ਪਾਰਲੀਮੈਂਟ ਦੇ ਵਿੱਚ ਹੋਣਗੇ ਤਾਂ ਉਹ ਸਿੱਧੀ ਗੱਲਬਾਤ ਉੱਥੇ ਪਹੁੰਚੂਗੀ, ਹੈ ਨਾ। ਤਾਂ ਇਹ ਕੋਈ ਜ਼ਰੂਰੀ ਤਾਂ ਨਹੀਂ ਹੈ ਨਾ ਕਿ ਜਿਹੜੇ ਕਿ ਮਾੜੇ ਲੋਕ ਨੇ ਜਾਂ ਜਿਹੜੇ ਕਿਸਾਨਾਂ ਦੇ ਨਾਲ ਜੁੜੇ ਵੀ ਨਹੀਂ ਹੋਏ ਉਹੀ ਜਿੱਤਣ।
ਸਾਡੇ ਕਿਸਾਨ ਕਿਉਂ ਨਹੀਂ ਜਿੱਤਦੇ? ਇਹਨਾਂ ਨੂੰ ਅੱਗੇ ਆਉਣਾ ਚਾਹੀਦਾ। ਹੁਣ ਤੁਹਾਡੇ ਆਪਾਂ ਪੰਜਾਬ ਦੀ ਗੱਲ ਕਰੀਏ, ਕਿੰਨੇ ਕਿ ਦਿੱਲੀ ਦੀ ਗੱਲ ਕਰੀਏ, ਕਿੰਨੇ MP MLA ਇਵੇਂ ਦੇ ਨੇ ਵੀ ਜਿਨ੍ਹਾਂ ਨੇ ਜਾ ਕੇ ਦੇਖਿਆ ਹੀ ਨਹੀਂ। ਸਨੀ ਦਿਓਲ ਨੂੰ MP ਬਣਾਤਾ ਜੀ, ਹੰਸਰਾਜ ਹੰਸ ਨੂੰ ਦਿੱਲੀ ਦਾ MP ਬਣਾਇਆ ਹੋਇਆ। ਕੀ ਪਤਾ ਉਹਨਾਂ ਨੂੰ, ਕੀ ਉਹ ਆਮ ਜਨਤਾ ਬਾਰੇ ਗਰਾਊਂਡ ਤੇ ਕੀ ਆ ਉਹਨਾਂ ਨੂੰ ਨੌਲੇਜ? ਆ ਕੇ ਦੇਖਿਆ ਹੁਣ ਸਨੀ ਦਿਓਲ ਨੇ? ਪੰਜਾਬ ਦੇ ਲੋਕੀ ਦੁਖੀ ਨੇ, ਦੇਖਿਆ ਆ ਕੇ ਉਹਨੇ? ਨਹੀਂ ਦੇਖਿਆ ਆ ਕੇ। ਤਾਂ ਸਾਡੇ ਲੋਕਾਂ ਨੂੰ ਖੁਦ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਣ ਤੇ ਬਹੁਤ ਵਧੀਆ ਗੱਲ ਰਹੇਗੀ। ਹਰਿਆਣਾ ਤੋਂ ਦੁਸ਼ਯੰਤ ਚੌਟਾਲਾ ਵੀ ਇਹ ਗੱਲ ਕਹਿੰਦੇ ਸੀ, ਕਿਸਾਨ ਮੈਨੂੰ ਵੋਟ ਦੇ ਦੇਣ, ਮੈਂ ਕਿਸਾਨਾਂ ਦੇ ਨਾਲ ਆ, ਜਾਟ ਭਾਈਚਾਰੇ ਦੇ ਨਾਲ ਆ। ਫਿਰ ਹਰਿਆਣਾ ਵਾਲੇ ਨੇ ਵੀ ਬਹੁਤ ਵੱਡੀ ਗਲਤੀ ਕਰ ਲਈ ਮੈਨੂੰ ਲੱਗਦਾ। ਭਾਜੀ ਇਸ ਤਰ੍ਹਾਂ ਹੈ ਵੀ ਧੱਕੇ ਖਾ ਕੇ ਜਾਂ ਟਾਈਮ ਤੇ ਪਤਾ ਲੱਗਦਾ। ਹੁਣ ਕੋਈ ਕਹਿ ਦੇ ਵੀ ਮੈਂ ਇਵੇਂ ਕਰਾਂਗਾ ਉਵੇਂ ਕਰਾਂਗਾ, ਲੋਕਾਂ ਦੀ ਭਲਾਈ ਕਰਾਂਗਾ, ਲੋਕੀ ਨਹੀਂ ਕਰਦੇ। ਜਿਹੜੇ ਇਹ ਨੇਤਾ ਬਣ ਜਾਂਦੇ ਫਿਰ ਬਾਅਦ ਚ ਭੁੱਲ ਜਾਂਦੇ ਆ। ਮਜਬੂਰੀ ਕੀ ਮੰਨਦੇ ਹੋ ਉਹਨਾਂ ਦੀ? ਕੀ ਮਜਬੂਰੀ ਮੰਨਦੇ ਹੋ ਕਿ ਆਖਰ ਕਿਉਂ ਨਹੀਂ ਕਿਸਾਨਾਂ ਦੇ ਨਾਲ ਖੜੇ? ਕਿਉਂਕਿ ਚੜੂਨੀ ਸਾਹਿਬ 2-3 ਵਾਰੀ ਕਹਿ ਗਏ ਨੇ ਕਿ ਜਿਹੜੀ ਗੱਠਜੋੜ ਆ ਉਹ ਤੋੜ ਦੇਣਾ ਚਾਹੀਦਾ, ਲੋਕਾਂ ਦੇ ਨਾਲ ਆ ਕੇ ਖੜ ਜਾਣਾ ਚਾਹੀਦਾ। ਕੀ ਲੱਗਦਾ ਕੀ ਆ ਹਾਲੇ ਤੱਕ ਕਿਉਂ ਨਹੀਂ ਖੜੇ ਕਿਸਾਨਾਂ ਨਾਲ ਆ ਕੇ? ਮਜਬੂਰੀ ਤਾਂ ਗੱਦੀ ਹੈ ਜੀ, ਕੁਰਸੀ ਨਹੀਂ ਛੱਡ ਕੇ ਰਾਜੀ। ਕੁਰਸੀ ਨਾਲ ਪਿਆਰ ਹੈ, ਜਨਤਾ ਨਾਲੋਂ ਵੱਧ ਕੁਰਸੀ ਨਾਲ ਪਿਆਰ ਹੈ, ਤਾਂ ਨਹੀਂ ਛੱਡਦੇ। ਇਹੀ ਹੈ ਮੇਨ ਰੂਲ। ਸਾਡਾ MLA ਹੈ ਖੁਦ ਦਾ ਉਰੇ, ਜਿਹੜਾ ਸਾਡੇ ਹਲਕੇ ਦਾ MLA ਹੈ, ਪੂਰੇ ਹਰਿਆਣੇ 'ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ JJP 'ਚ। ਠੀਕ ਹੈ, ਉਹ ਨਹੀਂ ਹੁਣ ਜਾ ਕੇ ਕਿਸਾਨਾਂ ਨਾਲ ਖੜਦਾ। ਅਸੀਂ ਉਹ ਤੋਂ ਜਿਹੜਾ ਦੁਸ਼ਯੰਤ ਚੌਟਾਲਾ ਤੋਂ ਕੀ ਉਮੀਦ ਕਰਦੇ ਹਾਂ? ਦੁਸ਼ਯੰਤ ਚੌਟਾਲੇ ਨੂੰ ਲੋਕਾਂ ਨੇ ਵੋਟਾਂ ਪਾਈਆਂ JJP ਨੂੰ, ਉਹਦੀ ਪਾਰਟੀ ਦਾ ਨਾਮ ਹੈ JJP, ਤਾਂ ਪਾਈਆਂ ਨੇ। BJP ਤੋਂ ਜਿਹੜੇ ਆਕੇ ਹੋਏ ਸੀ ਲੋਕ, ਦੁਖੀ ਸੀ, ਉਹਨੇ BJP ਨਾਲ ਹੀ ਗਠਬੰਧਨ ਕਰ ਲਿਆ ਜਾ ਕੇ। ਹੁਣ ਸਾਫ਼ ਹੈ ਅੱਗੇ ਵਾਸਤੇ ਮੇਰੇ ਖਿਆਲ ਨਾਲ ਤਾਂ ਨਹੀਂ ਆਉਂਦਾ ਉਹ। ਕੁਰਸੀ ਦਾ ਹੀ ਲਾਲਚ ਹੈ ਜੀ, ਤਾਂ ਹੀ ਨਹੀਂ ਲੋਕਾਂ ਨਾਲ ਆ ਕੇ ਖੜਦੇ। ਵੀ ਸੱਚਾਈ ਨਾਲ ਖੜੋ ਯਾਰ, ਜੇ ਕੋਈ ਗਲਤ ਹੈ ਤਾਂ ਨਾ ਖੜੋ, ਜੇ ਸਹੀ ਹੈ ਤਾਂ ਖੜੋ। ਸਿੰਪਲ ਜੀ ਗੱਲ। ਕੁਰਸੀ ਤਾਂ ਅੱਗੇ ਇਹਨਾਂ ਨੇ ਹੀ ਦਿਵਾਉਣੀ ਹੈ, ਫਿਰ ਜਨਤਾ ਨੇ ਹੀ ਕੁਰਸੀ ਦਿਵਾਉਣੀ ਹੈ ਨਾ ਦੁਬਾਰਾ ਵੀ ਲੋਕਾਂ ਦਾ ਸਾਥ, ਤੁਸੀਂ ਲੋਕਾਂ ਦੇ ਨਾਲ ਖੜੋ। ਕੁਰਸੀ ਨਹੀਂ ਛੱਡ ਰਹੇ, ਹੁਣ ਚਲੋ 5 ਸਾਲ ਖੇਡ ਲੈਣ ਦਿਓ। ਫਿਰ ਕੀ ਹੋਏਗਾ 5 ਸਾਲਾਂ ਬਾਅਦ? ਲੋਕ ਜਾਗਰੂਕ ਹੋ ਜਾਣਗੇ ਤੁਹਾਨੂੰ ਲੱਗਦਾ? ਦੇਖੋ ਜੀ ਹੁਣ ਲੋਕਾਂ ਦਾ ਮੈਂ ਕੀ ਕਹਾਂ, ਪਰ ਫਿਲਹਾਲ ਜਿਹੜੀ ਕਰੰਟ ਸਿਚੁਏਸ਼ਨ ਦੇਖ ਕੇ ਵੀ ਜਿਵੇਂ ਲੋਕੀ ਆਪਣੇ ਹੱਕਾਂ ਵਾਸਤੇ ਹੁਣ ਲੋਕ ਖੜਨ ਲੱਗ ਗਏ, ਵੀ ਮੈਨੂੰ ਲੱਗਦਾ ਹੈ ਵੀ ਅੱਗੇ ਕੋਈ ਨਾ ਕੋਈ ਬਦਲਾਅ ਤਾਂ ਜ਼ਰੂਰ ਹੋਏਗਾ। ਤੇ ਅੰਦੋਲਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬਦਲਾਅ ਆ ਸਕਦਾ ਲੋਕਾਂ ਦੀ ਸੋਚਣੀ ਦੇ ਵਿੱਚ? ਕਿਉਂਕਿ ਇਸ ਵੇਲੇ ਸਿੰਘੂ ਤੇ ਟਿੱਕਰੀ ਤੇ ਗਾਜੀਪੁਰ ਬੈਠੇ ਲੋਕ ਇਹ ਕਹਿੰਦੇ ਨੇ ਕਿ ਬਦਲਾਅ ਬਹੁਤ ਜ਼ਰੂਰੀ ਹੈ, ਲੋਕ ਆਪਣੇ ਹੱਕਾਂ ਪ੍ਰਤੀ ਬੜੇ ਸੁਚੇਤ ਹੋਏ ਨੇ। ਤੁਹਾਨੂੰ ਲੱਗਦਾ ਕਿ ਵਾਪਸ ਆ ਕੇ ਉਹ ਲੋਕ, ਉਹ ਜਿਹੜੀ ਸੁਚੇਤ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਜਾਗਿਆ ਸੀਗਾ, ਕੋਈ ਜੋਤ ਜਾਗੀ ਸੀਗੀ, ਤੇ ਉਹ ਜਾਗ੍ਰਿਤੀ ਉਹਨਾਂ ਦੇ ਵਿੱਚ ਉਸੇ ਤਰੀਕੇ ਨਾਲ ਬਰਕਰਾਰ ਰਹੇਗੀ ਕਿ ਇੱਥੇ ਆ ਕੇ ਸਭ ਭੁੱਲ ਭੁਲਾ ਜਾਣਗੇ ਫਿਰ ਦੁਬਾਰਾ? ਦੇਖੋ ਜੀ, ਜਿਹੜੇ ਹਿਸਾਬ ਨਾਲ ਹੁਣ ਲੋਕਾਂ ਦਾ ਜਨੂਨ ਦੇਖਣ ਨੂੰ ਮਿਲਦਾ ਹੈ, ਮੈਂ ਤਾਂ 27 ਸਾਲ ਦੀ ਉਮਰ ਹੈ, ਕੁਛ ਐਜੀਟੇਸ਼ਨ ਤਾਂ ਮੈਂ ਦੇਖੇ ਹੀ ਨੇ। ਤੇ ਇਸ ਤਰ੍ਹਾਂ ਦਾ ਤੁਸੀਂ ਖੁਦ ਵੀ ਕਵਰੇਜ ਕੀਤਾ ਹੈ, ਪਹਿਲਾਂ ਵੀ ਤੁਹਾਡੇ ਚੈਨਲ ਕਵਰੇਜ ਕਰਦੇ ਹੋਣਗੇ। ਇਦਾਂ ਦਾ ਜਨੂਨ ਮੈਂ ਲੋਕਾਂ 'ਚ ਕਦੇ ਨਹੀਂ ਦੇਖਿਆ, ਜਿੰਨੇ ਹੁਮਾ ਕੇ, ਜਿੰਨੇ ਇਕੱਠੇ ਹੋ ਕੇ ਲੋਕ ਹੁਣ ਜੁੜੇ ਹੋਏ ਆ। ਤਨ ਮਨ ਧਨ ਆਪਣਾ ਪੈਸਾ ਵੀ ਖਰਚ ਕਰ ਰਹੇ ਆ ਲੋਕੀ, ਆਪਣਾ ਸਮਾਂ ਵੀ ਦੇ ਰਹੇ ਆ, ਸਾਰੀ ਚੀਜ਼ ਦੇ ਰਹੇ ਆ। ਤੇ ਅਸਰ ਤਾਂ ਹੋਏਗਾ ਜੀ, ਬਦਲਾਵ ਤਾਂ ਜ਼ਰੂਰ ਆਏਗਾ। ਜੇ ਐਤਕੀ ਨਾ ਆਏ ਫਿਰ ਆਉਂਦਾ ਵੀ ਨਹੀਂ। ਐਤਕੀ ਬਦਲਾਵ ਜ਼ਰੂਰ ਆਏਗਾ। ਤੇ ਇਹਨਾਂ ਨੂੰ ਆਪਣੇ ਚੰਗੇ ਲੋਕ, ਅਸੀਂ ਨਹੀਂ ਕਹਿੰਦੇ ਸਾਨੂੰ ਬਣਾਓ, ਜਿਹੜੇ ਵੀ ਚੰਗੇ ਲੋਕ ਹੈ, ਜਿਹੜੇ ਲੋਕ ਭਲਾਈ ਦਾ ਕੰਮ ਕਰ ਰਹੇ ਹੈ, ਠੀਕ ਹੈ, ਉਹਨਾਂ ਨੂੰ ਸਭ ਨੂੰ ਇਹ ਅੱਗੇ ਕਰਨ ਤਾਂ ਵਧੀਆ ਗੱਲ। ਇਸ ਟਾਈਮ ਦੇ ਉੱਤੇ ਲੀਡਰਸ਼ਿਪ ਦੇ ਉੱਤੇ ਭਰੋਸੇਯੋਗਤਾ ਬਣਾਉਣੀ ਕਿੰਨੀ ਕੁ ਜ਼ਰੂਰੀ ਹੈ, ਤੁਹਾਨੂੰ ਕੀ ਲੱਗਦਾ? ਸਾਰਾ ਕੰਮ ਹੀ ਲੀਡਰਸ਼ਿਪ ਤੇ ਟਿਕਿਆ ਹੋਇਆ ਜੀ। ਜੇ ਲੀਡਰ ਹੀ ਗੜਬੜ ਕਰਦੇ, ਕੋਈ ਵੀ ਲੀਡਰ ਹੈ ਜੋ ਗੜਬੜ ਕਰਦੇ, ਅੰਦੋਲਨ ਹੀ ਨਾ ਮੁੱਕ ਜਾਏਗਾ। ਫਿਰ ਭਰੋਸਾ ਹੈ ਲੋਕਾਂ ਨੂੰ, ਤਾਂ ਹੀ ਲੋਕ ਇੰਨੇ ਜਾ ਰਹੇ ਆ। ਹੁਣ ਸਰਕਾਰ ਨਾਲ ਗੱਲਬਾਤ ਕਰਨ ਲੋਕੀ ਆਪ ਤਾਂ ਨਹੀਂ ਗਏ, ਲੀਡਰ ਹੀ ਗਏ, ਜਿਹੜੇ 5-7 ਮੈਂਬਰ ਨੇ ਉਹੀ ਗਏ ਆ। ਤੇ ਭਰੋਸਾ ਹੀ ਹੈ ਜੀ, ਭਰੋਸੇ ਕਰਕੇ ਹੀ ਇੱਥੇ ਤਾਈਂ ਅੰਦੋਲਨ ਪਹੁੰਚਿਆ ਹੋਇਆ, ਤੇ ਅੱਗੇ ਵੀ ਭਰੋਸਾ ਐਵੇਂ ਹੀ ਬਰਕਰਾਰ ਰਹੇਗਾ। ਤਰਨਜੀਤ ਦੇ ਜਿਹੜੇ ਵਾਈਫ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਤੁਸੀਂ ਜਾ ਕੇ ਆਏ ਹੋ ਸਿੰਘੂ ਜਾਂ ਟਿੱਕਰੀ ਬਾਰਡਰ ਦੇ ਉੱਤੇ? ਹਾਂਜੀ, ਮੈਂ 2-3 ਵਾਰ ਜਾ ਆਈ ਹਾਂ, ਉੱਥੇ ਮਿਲ ਕੇ ਵੀ ਆਏ ਹਾਂ ਡੈਡੀ ਨੂੰ, ਅਤੇ ਉੱਥੇ ਦੇਖ ਕੇ ਆਏ ਹਾਂ ਕੀ ਕੁਛ ਮਾਹੌਲ ਹੈ, ਕਿੰਨੇ ਲੋਕ ਉੱਥੇ, ਕਿੰਨੀ ਪਬਲਿਕ ਬੈਠੀ ਹੈ, ਅਤੇ ਬਜ਼ੁਰਗ ਵੀ ਕਿੰਨੇ ਬੈਠੇ ਨੇ। ਬਜ਼ੁਰਗ ਇਹ ਨੇ ਜਿਹੜੇ ਬਿਮਾਰ ਵੀ ਨੇ, ਫਿਰ ਵੀ ਉਹ ਉੱਥੇ ਬੈਠੇ ਨੇ। ਕਿਉਂ ਬੈਠੇ ਨੇ? ਕਿ ਸਾਡਾ ਹੱਕ ਸਾਨੂੰ ਦੇ ਦਿਓ। ਪਰ ਅਸੀਂ ਹੈਰਾਨ ਹਾਂ ਕਿ ਸਰਕਾਰ 4 ਮਹੀਨੇ ਹੋ ਗਏ ਨੇ, ਫਿਰ ਵੀ ਸਰਕਾਰ 'ਤੇ ਕੋਈ ਅਸਰ ਨਹੀਂ ਹੈਗਾ। ਪਰ ਅਸੀਂ ਤਾਂ ਇਹੀ ਕਹਾਂਗੇ ਸਰਕਾਰ ਨੂੰ ਕਿ ਹੁਣ ਤਾਂ ਘੱਟੋ ਘੱਟ ਮੰਨ ਜਾਵੇ ਕਿ ਕਿੰਨਾ ਕੁ ਸੰਘਰਸ਼ ਕਰ ਰਹੇ ਨੇ, ਬਜ਼ੁਰਗ ਨੇ, ਬੱਚੇ ਨੇ, ਹਰ ਏਜ ਦੇ ਬੱਚੇ, ਬਹੁਤ ਪਬਲਿਕ ਉੱਥੇ ਬੈਠੀ ਹੈ ਹੁਣ ਵੀ। ਫੋਨ 'ਤੇ ਗੱਲਬਾਤ ਹੁੰਦੀ ਹੈ ਉਹਦੀ, ਉਸ ਚੜੂਨੀ ਸਾਹਿਬ ਦੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਫੋਨ ਦੇ ਉੱਤੇ? ਹਾਂਜੀ ਵੀਰ, ਮੇਰੀ ਗੱਲਬਾਤ ਹੋ ਜਾਂਦੀ ਹੈ, ਡੈਡੀ ਨਾਲ ਪੁੱਛਦੇ ਹਾਂ ਅਸੀਂ ਸਾਨੂੰ ਇਹ ਕਿ ਉੱਥੇ ਬੈਠੇ ਨੇ, ਸੰਘਰਸ਼ ਕਰ ਰਹੇ ਨੇ, ਮਤਲਬ ਸੁਣ ਕੇ ਵੀ ਬਹੁਤ ਚੰਗਾ ਲੱਗਦਾ ਹੈ, ਖੁਦ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਡੈਡੀ ਉੱਥੇ ਕਿੰਨਾ ਟਾਈਮ ਹੋ ਗਿਆ ਉੱਥੇ ਹੀ ਬੈਠੇ।
ਤੇ ਗੱਲਬਾਤ ਕਰਕੇ ਮਨ ਨੂੰ ਵੀ ਇਦਾਂ ਬਹੁਤ ਖੁਸ਼ੀ ਮਿਲਦੀ ਆ ਸਾਰੇ ਪਰਿਵਾਰ ਨੂੰ, ਤੇ ਸਾਰੇ ਪਰਿਵਾਰ ਸਾਡਾ ਬਹੁਤ ਸਾਥ ਦਿੰਦਾ ਏ ਕਿ ਸਾਰੇ ਇਕਜੁੱਟ ਹੋ ਕੇ ਅਸੀਂ ਪਿੱਛੇ ਵੀ ਸਾਡੇ ਵੱਡੇ ਤਾਇਆ ਜੀ ਨੇ, ਚਾਚਾ ਜੀ ਨੇ, ਸਾਡੇ ਸਾਰੇ ਸਪੋਰਟ ਕਰਦੇ ਨੇ, ਸਾਰੇ ਮਿਲ ਜੁਲ ਕੇ ਜਿਹੜੇ ਡੈਡੀ ਦੇ ਕੰਮ ਨੇ ਸਾਰੇ ਸਾਂਭਰੇ ਨੇ, ਸਾਨੂੰ ਕੋਈ ਔਖਾ ਨਹੀਂ ਹੈਗਾ, ਵਧੀਆ ਏ। ਸਾਨੂੰ ਇਹ ਹੈ ਕਿ ਉਹ ਉੱਥੇ ਜਿੱਤ ਕੇ ਹੀ ਆਉਣ। ਪੇਕੇ ਕਿੱਥੇ ਨੇ ਜੀ? ਮੈਂ ਅੰਬਾਲੇ ਤੋਂ ਹਾਂ ਜੀ, ਮਛੋਂਡੇ ਪਿੰਡ ਤੋਂ। ਅੰਬਾਲੇ ਵਾਲੇ ਜਿਹੜੇ ਤੁਹਾਡੇ ਪਿੰਡ ਵਾਲੇ ਨੇ ਉਹ ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਇਸ ਵੇਲੇ, ਕਿਉਂਕਿ ਉਹ ਕਹਿੰਦੇ ਤਾਂ ਹੋਣਗੇ ਨਾ ਤੁਹਾਡੇ ਪਿੰਡ ਵਾਲੇ ਕਿ ਸਾਡੀ ਜਿਹੜੀ ਇੱਕ ਧੀ ਆ ਉਹ ਉਹਨਾਂ ਦੇ ਘਰੇ ਵਿਆਹੀ ਹੋਈ ਆ, ਕਿੰਨਾ ਕੁ ਮਾਣ ਮਹਿਸੂਸ ਕਰਦੇ ਨੇ ਇਸ ਵੇਲੇ? ਉਹਨਾਂ ਨੂੰ ਬਹੁਤ ਮਾਣ ਹੁੰਦਾ ਏ ਕਿ ਜਿਵੇਂ ਲੋਕੀ ਗੱਲ ਕਰਦੇ ਨੇ ਕਿ ਹਾਂ ਕਿੱਥੇ ਗੱਲ ਛਿੜ ਪੈਂਦੀ ਹੈ ਕਿਤੇ ਨਾ ਕਿਤੇ, ਜਦੋਂ ਉਹ ਕਹਿੰਦੇ ਨੇ ਕਿ ਹਾਂਜੀ ਉਹ ਉਹਨਾਂ ਦੇ ਘਰੇ ਸਾਡੀ ਧੀ ਵਿਆਹੀ ਹੋਈ ਏ, ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਏ ਕਹਿ ਕੇ ਵੀ ਹਾਂ ਇੰਨੇ ਸੰਘਰਸ਼ੀ ਪਰਿਵਾਰ ਨਾਲ ਸਾਡਾ ਰਿਸ਼ਤਾ ਜੁੜਿਆ ਏ, ਬਹੁਤ ਖੁਸ਼ ਹੁੰਦੇ ਨੇ ਉਹ। ਸਭੀ ਜੀ ਇੱਕ ਗੱਲ ਹੋਰ ਮੈਂ ਜਾਂਦੇ ਹੋਏ ਪੁੱਛਣੀ ਚਾਹੂੰਗਾ, ਗੁਰਨਾਮ ਜੀ ਦੀ ਇੱਕ ਖੂਬੀ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਉਹਨਾਂ ਦੇ ਵਿੱਚ ਇਹ ਖੂਬੀ ਹਾਲੇ ਤੱਕ ਉਹਨਾਂ ਨੂੰ ਇਸ ਮੁਕਾਮ ਦੇ ਉੱਤੇ ਲੈ ਕੇ ਆਈ ਹੈ, ਇੰਨੇ ਲੋਕਾਂ ਦੇ ਵਿੱਚ ਜਿਹੜੀ ਭਰੋਸੇਯੋਗਤਾ ਬਣਾਈ ਹੈ, ਇੱਕ ਖੂਬੀ ਦੱਸੋ ਉਹਨਾਂ ਦੀ ਕੀ ਹੈ? ਖੂਬੀ ਤਾਂ ਉਹਨਾਂ ਦਾ ਗੁੱਸਾ ਹੈ ਜੀ, ਜੋ ਕਿ ਉਹ ਤਾਂ ਸੱਚ ਜ਼ਾਹਿਰ ਕਰਦਾ ਹੈ। ਉਹ ਸੱਚੇ ਸੁੱਚੇ ਬੰਦੇ ਨੇ, ਗੁੱਸੇ ਵਾਲੇ ਨੇ। ਜਿਹੜਾ ਗੁੱਸੇ ਵਾਲਾ ਇਨਸਾਨ ਹੁੰਦਾ ਹੈ ਉਹ ਸੱਚਾ ਹੀ ਹੁੰਦਾ ਹੈ। ਉਹ ਮਤਲਬ ਆਪਣਾ ਗੁੱਸਾ ਜ਼ਾਹਿਰ ਕਰਦੇ ਨੇ, ਮਤਲਬ ਝੂਠ ਨਹੀਂ ਬੋਲਦੇ, ਇਮਾਨਦਾਰੀ ਦਾ ਉਹ ਸਾਥ ਦਿੰਦੇ ਨੇ। ਬਸ ਇਹੀ ਖੂਬੀ ਉਹਨਾਂ ਦੀ। ਉਹਨਾਂ ਦਾ ਗੁੱਸਾ ਜਿਹੜਾ ਹੈ ਉਹਨਾਂ ਲਈ ਬਹੁਤ ਕਾਮਯਾਬ ਹੋ ਰਿਹਾ। ਵਧੀਆ ਲੱਗਦਾ ਉਹਨਾਂ ਦਾ ਗੁੱਸਾ? ਮੈਨੂੰ ਬਹੁਤ ਵਧੀਆ ਲੱਗਦਾ, ਕਿਉਂ ਗੁੱਸੇ 'ਚ ਵੀ ਕੁਝ ਅਸਲੀਅਤ ਨਜ਼ਰ ਆਉਂਦੀ ਹੈ। ਕੀ ਕਹਿਣਾ ਚਾਹੋਗੇ ਇਸ ਵੇਲੇ, ਕਿਉਂਕਿ ਬਹੁਤ ਸਾਰੇ ਲੋਕ ਦੇਖ ਰਹੇ ਹੋਣਗੇ, ਤੁਹਾਨੂੰ ਸੁਣ ਰਹੇ ਹੋਣਗੇ, ਪਰਿਵਾਰ ਦੇ ਨਾਲ ਬੜੇ ਸਾਰੇ ਲੋਕਾਂ ਦੀ ਹਮਦਰਦੀ ਵੀ ਜਾਗੀ ਹੋਏਗੀ ਤੇ ਬੜੇ ਸਾਰੇ ਉਹਨਾਂ ਦੇ ਵੀ ਸਵਾਲ ਹੋਣਗੇ, ਤੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਹੋਏਗਾ, ਕੀ ਅਪੀਲ ਹੋਏਗੀ ਇਸ ਵੇਲੇ? ਗੁਰਨਾਮ ਸਿੰਘ ਨੂੰ ਦੇਣਾ ਸੁਨੇਹਾ ਕਿ ਜਿਹੜੇ ਦਰਸ਼ਕ ਨੇ ਜੀ, ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਗੁਰਨਾਮ ਸਿੰਘ ਜੀ ਸੰਘਰਸ਼ ਕਰ ਰਹੇ ਨੇ, ਪੰਜਾਬ ਹਰਿਆਣਾ ਸਭ ਲਈ ਕਰ ਰਹੇ ਨੇ, ਸਾਰੀ ਪਬਲਿਕ ਲਈ, ਮਤਲਬ ਸਾਰਾ ਹੀ ਆ ਜਾਂਦਾ ਇੰਡੀਆ, ਇਕੱਲਾ ਕਿਸਾਨ ਨਹੀਂ, ਮਜ਼ਦੂਰ ਵੀ, ਸਭ ਹਰ ਇੱਕ ਨੌਜਵਾਨ ਸਭ ਦਾ ਹੀ ਇਹੀ ਕਹਿਣਾ ਚਾਹਾਂਗੀ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ, ਇਸ ਅੰਦੋਲਨ ਨੂੰ ਕਾਮਯਾਬ ਕਰਨ। ਅਸੀਂ ਜਿੱਤ ਕੇ ਹੀ ਆਪਣੇ ਘਰਾਂ ਨੂੰ ਆਈਏ, ਨਹੀਂ ਤਾਂ ਉੱਥੇ ਦਿੱਲੀ ਮੋਦੀ ਦੇ ਕੋਲ ਹੀ ਬੈਠੇ ਰਹੀਏ, ਕਦੇ ਤਾਂ ਉਹਦੀ ਅੱਖ ਖੁੱਲ੍ਹੇਗੀ। ਮੈਂ ਤਾਂ ਕਹਿੰਦੀ ਹਾਂ ਪਰਮਾਤਮਾ ਨੂੰ ਸਮਰਥ ਬਖਸ਼ਿਸ਼ ਕਰੇ ਕਿ ਉਸ ਨੂੰ ਅਕਲ ਆ ਜਾਵੇ, ਉਹ ਕਿਸਾਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦੇ ਹੱਕ ਦੇਵੇ। ਜਿਹੜੇ ਕਾਲੇ ਕਾਨੂੰਨ ਨੇ ਉਹਦੇ 'ਚ ਕਰੋਨਾ 'ਚ ਬਣਾਏ ਨੇ ਨਾ, ਵੀ ਕਰੋਨਾ ਹੋਇਆ ਸੀ, ਕਰੋਨਾ ਕਰਨਾ ਕੋਈ ਨਹੀਂ ਸੀ, ਇਹਨੇ ਕਾਨੂੰਨ ਹੀ ਬਣਾਉਣੇ ਸੀ, ਇਹ ਚੋਰੀ ਬਣਾ ਕੇ ਪਾਸ ਕਰ ਲਏ, ਵੀ ਉਹਨਾਂ ਨੂੰ ਰੱਦ ਕਰਾਏ ਤੇ ਇਹ ਵਿਚਾਰੇ ਕਿਸਾਨ ਜਿਹੜੇ ਨੇ, ਇਹਨਾਂ ਜਿਹੜੀ ਅਗਲੀਆਂ ਪੀੜ੍ਹੀਆਂ ਨੇ ਉਹ ਵੀ ਸੁਧਰ ਜਾਣ। ਅੱਗੇ ਬੱਚਿਆਂ ਦਾ ਕੀ ਹਾਲ ਹੋਗਾ ਤੁਹਾਨੂੰ ਤਾਂ ਪਤਾ ਹੀ, ਤੁਸੀਂ ਨਵੀਂ ਪੀੜ੍ਹੀ ਹੋ। ਸਾਡੇ ਬੱਚੇ ਜਿਹੜੇ 7-7 ਹਜ਼ਾਰ ਦੀ ਦਿਹਾੜੀ ਕਰ ਰਹੇ ਨੇ ਬਾਹਰ, ਸਾਨੂੰ ਸਾਡੇ ਹੱਕ ਨਹੀਂ ਮਿਲੇ, ਨਹੀਂ ਹੁਣ ਤਾਂ ਮਜ਼ਦੂਰੀ ਵੀ ਨਹੀਂ ਮਿਲਦੀ ਹੈਗੀ। ਅਸੀਂ ਮੋਦੀ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਵੀ ਇਹਨਾਂ ਦੇ ਜਿਹੜੇ ਨੇ ਹੱਕ ਇਹਨਾਂ ਨੂੰ ਦੇਵੇ, ਤੇ ਵਿਚਾਰੀ ਪਬਲਿਕ ਜਿਹੜੀ ਉੱਥੇ ਬੈਠੀ ਦਿੱਲੀ ਆਪਣੇ ਘਰੇ ਆਉਣ, ਆਪਣੇ ਜਿਹੜੇ ਕਿਸਾਨ ਨੇ ਉਹ ਆਪਣੇ ਘਰੇ ਹੋਣ, ਜਵਾਨ ਜਿਹੜਾ ਉਹਨਾਂ ਦਾ ਕੰਮ ਹੈ ਸੀਮਾ 'ਤੇ ਜਾਣਾ, ਉਹ ਆਪਣੀ ਸੀਮਾ 'ਤੇ ਜਾਣ, ਨਾ ਕਿ ਉਹ ਉੱਥੇ ਕਿੱਲਾਂ ਗੜਵਾਉਣ ਬੈਠ ਕੇ, ਜਿਹੜੀ ਉਹ ਦਿੱਲੀ ਬਾਰਡਰ 'ਤੇ ਗੜਵਾਉਂਦੇ ਪਏ ਜੀ, ਵੀ ਪਬਲਿਕ ਨਾ ਜਾਵੇ। ਬਾਕੀ ਸਭ ਨੂੰ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਕਿਸਾਨ ਲੋਕਾਂ ਦਾ। ਕੋਈ ਵੀ ਕਿਹਾ ਨਹੀਂ, ਇਹ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਸੰਘਰਸ਼ ਕਰ ਰਹੇ ਨੇ, ਤੇ ਸਭ ਨੂੰ ਮੇਰਾ ਇਹੀ ਉਹ ਸੰਦੇਸ਼ ਹੈ ਕਿ ਸਾਰੀ ਪਬਲਿਕ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਕਾਮਯਾਬੀ ਹਾਸਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੀ ਚਰਿੱਤਰ ਦੀ ਇਮਾਨਦਾਰੀ ਦੀ ਗੱਲ ਹੈ, ਤੁਸੀਂ ਵੀ ਪੁੱਛਿਆ ਮੰਮੀ ਨੂੰ ਵੀ, ਕਈ ਇਲਜ਼ਾਮ ਲੱਗਦੇ ਆ, ਜ਼ਮੀਨ ਬਣਾ ਲਈ, ਇਹ ਇੰਨੇ ਪੈਸੇ ਨੇ, ਠੀਕ ਹੈ। ਤੁਹਾਨੂੰ ਪਤਾ ਸਰਕਾਰ ਤੋਂ ਕੁਝ ਨਹੀਂ ਲੁਕਿਆ ਜੀ ਅੱਜ ਦੇ ਟਾਈਮ 'ਚ, ਠੀਕ ਹੈ। ਸਭ ਦੇ ਆਧਾਰ ਕਾਰਡਾਂ 'ਤੇ ਸਭ ਕੁਝ ਲਿੰਕ ਹੈ, ਕਿੰਨਾ ਕਿਹਦੇ ਕੋਲ। ਸਰਕਾਰ ਨੂੰ ਵੀ ਪਤਾ ਇਹ ਬੰਦੇ ਇਮਾਨਦਾਰ ਨੇ, ਤਾਂ ਹੀ ਸਾਡੇ ਪਿੱਛੇ ਲੱਗੀ ਰਹਿੰਦੀ ਆ ਉਹ, ਠੀਕ ਹੈ। ਜੇ ਸਾਡੇ ਕੁਝ ਹੋਵੇ ਹੁਣ ਤਾਂ ਉਹ ਛਾਪੇ ਪਵਾ ਦਿੰਦੇ, ਤੇ ਅਸੀਂ ਚੈਲੰਜ ਕਰਦੇ ਹੁਣ ਵੀ ਪਵਾ ਲੈਣ। ਜਿਹੜਾ ਉਹਨਾਂ ਤੋਂ ਜੇ ਕੁਝ ਕਢਾ ਸਕਦੇ ਆ, ਕੋਈ ਇਲੀਗਲ ਸਾਡੇ ਕੋਲ ਗਲਤ ਤਰੀਕੇ ਨਾਲ ਕਮਾਇਆ ਹੋਇਆ ਸਾਡੇ ਕੁਝ ਹੈ, ਤੇ ਜ਼ਮੀਨਾਂ ਹੈ, ਫਰਦਾਂ ਹੈ, ਸਭ ਕੁਝ ਅੱਜ ਕੱਲ੍ਹ ਤਾਂ ਪਤਾ ਹੁੰਦਾ ਜੀ, ਕੋਈ ਲੁਕਿਆ ਨਹੀਂ ਹੋਇਆ। ਤੇ ਸਾਡਾ ਚੈਲੰਜ ਹੈ ਸਰਕਾਰ ਨੂੰ। ਤੇ ਜਿਹੜੇ ਲੋਕੀ ਕਹਿੰਦੇ, ਦੇਖੋ ਕਹਿਣਾ ਬਹੁਤ ਆਸਾਨ ਹੈ ਜੀ, ਕੋਈ ਪ੍ਰੂਫ ਲੈ ਕੇ ਆਵੇ ਤਾਂ ਅਸੀਂ ਮੰਨੀਏ, ਹੈ ਨਾ। ਕੋਈ ਇਮਾਨਦਾਰੀ ਦੇ ਕਿਸੇ ਨੂੰ, ਦੇਖੋ ਕਿਸੇ ਨੂੰ ਬਲੇਮ ਕਰਨਾ, ਕਿਸੇ ਦੀ ਉਹ ਖਰਾਬ ਕਰਨੀ ਇਮੇਜ, ਗਲਤ ਗੱਲ ਹੁੰਦੀ ਹੈ। ਲੋਕੀ ਤਾਂ ਚਲੋ ਕਹਿੰਦੇ ਹੀ ਰਹਿੰਦੇ ਆ, ਖੈਰ ਸਾਰੇ ਤਾਂ ਨਾਲ ਨਹੀਂ ਹੁੰਦੇ, ਆਪੋਜ਼ਿਟ ਕੁਝ ਹੁੰਦਾ ਹੀ ਹੈ, ਉਹਦਾ ਕੁਝ ਵੀ ਰੀਜ਼ਨ ਹੋ ਸਕਦਾ। ਤੇ ਕਿਸੇ ਨੇ ਵੀ ਕੋਈ ਇਲਜ਼ਾਮ ਲਾਣਾ, ਪ੍ਰੂਫ ਨਾ ਲਾਵੇ ਜੀ, ਸਾਡੇ ਤੇ ਪ੍ਰੂਫ ਕਰੇ ਵੀ ਆਹ ਤੁਸੀਂ ਗਲਤ ਕੀਤਾ, ਤੇ ਅਸੀਂ ਮੰਨਾਂਗੇ, ਅਸੀਂ ਛੱਡ ਦਾਂਗੇ, ਕੋਈ ਪ੍ਰੋਬਲਮ ਨਹੀਂ। ਇਹੀ ਮੈਂ ਆਪਣਾ ਵਿਚਾਰ ਰੱਖਣਾ ਸੀ। ਤੇ ਦੂਜੀ ਗੱਲ ਇਹ ਹੈ ਜੀ, ਆਪਾਂ ਇੱਕ ਮੇਰੇ ਕੋਲ ਇੱਕ ਕੀ ਆਈਡੀਆ ਹੈ ਕਿ ਜਿਵੇਂ ਹੁਣ ਨਾ ਸਰਕਾਰ MSP 'ਤੇ ਮੰਨ ਰਹੀ, ਨਾ ਅਸੀਂ ਪਿੱਛੇ ਮੁੜਨ ਨੂੰ ਤਿਆਰ, ਹੁਣ ਤਾਂ ਇਹ ਝਗੜਾ ਹੀ ਹੋ ਗਿਆ। ਇੱਕ ਜਿਵੇਂ ਕੰਪਨੀਆਂ ਦੀ ਗੱਲ ਹੈ ਵੀ ਕੰਪਨੀਆਂ ਖਰੀਦਣਗੀਆਂ, ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਤੋਂ ਕੋਈ ਵੀ ਖਰੀਦੇ, ਸਾਨੂੰ ਪੈਸੇ ਚਾਹੀਦੇ। ਆਪਣਾ ਇੱਕ ਮਿਨੀਮਮ ਪ੍ਰਾਈਸ ਜਿਹੜਾ ਸਰਕਾਰ ਫਿਕਸ ਕਰੇ, ਵੀ ਕੰਪਨੀ ਵੀ ਇੰਨਾ ਦਵੇ, ਠੀਕ ਹੈ ਨਾ।
ਜੇ ਉਹ ਵੀ ਨਹੀਂ ਸਰਕਾਰ ਤੋਂ ਹੁੰਦਾ ਫਿਰ ਪ੍ਰੋਫਿਟ ਸ਼ੇਅਰਿੰਗ ਦਾ ਇੱਕ ਆਪਸ਼ਨ ਬਚਦਾ ਹੈ। ਜਿਵੇਂ ਕੁਝ ਵੀ ਫਸਲ ਖਰੀਦੀ ਗਵਰਨਮੈਂਟ ਕਿਸੇ ਵੀ ਕੰਪਨੀ ਨੇ ਕੋਈ ਫਸਲ ਖਰੀਦੀ, ਠੀਕ ਗੱਲ ਹੈ, ਹੁਣ ਉਹ ਭਾਵੇਂ ਮੱਕੀ ਹੈ, ਠੀਕ ਹੈ, ਮੱਕੀ ਦੇ ਜਦੋਂ ਕੋਰਨਫਲੇਕਸ ਬਣਦੇ ਆ ਜਾਂ ਜਦੋਂ ਉਹ ਮਿੱਠੇ ਦਾਣੇ ਕਹਿ ਕੇ ਇਹ ਵੇਚਦੇ ਨੇ, ਠੀਕ ਹੈ, ਮੋਲ 'ਚ ਮਾੜਾ ਜਿਹਾ ਕੱਪ 100-150 ਰੁਪਏ ਦਾ ਮਿਲਦਾ ਹੈ ਨਾ, ਤੇ ਸਵੀਟ ਕੋਰਨ ਕਹਿ ਕੇ, ਤੇ ਪ੍ਰੋਫਿਟ ਸ਼ੇਅਰ ਦਾ ਕੰਮ ਗਵਰਨਮੈਂਟ ਕਰ ਸਕਦੀ ਹੈ। ਕੰਪਨੀ ਕੋਈ ਸਾਡੇ ਤੋਂ ਖਰੀਦੇ ਕੋਈ ਗੱਲ ਨਹੀਂ, ਜੇ ਮਿਨੀਮਮ ਤੇ ਖਰੀਦਣਾ, ਮਿਨੀਮਮ ਤੋਂ ਵੀ ਥੱਲੇ ਖਰੀਦਣਾ, ਖਰੀਦੇ, ਪ੍ਰੋਫਿਟ ਸ਼ੇਅਰਿੰਗ ਕਰੇ। ਜਿੰਨਾ ਉਹ ਅੱਗੇ ਸੁਪੋਜ਼ ਕਰੋ ਉਹਨੇ ਪੈਕਿੰਗ ਕਰਕੇ 1500 ਰੁਪਏ ਕੁਇੰਟਲ ਕੋਈ ਚੀਜ਼ ਲਈ ਹੈ, ਅੱਗੇ ਉਹ ਜੇ 3000-4000 ਪਰ ਕੁਇੰਟਲ ਵਿਕੀ ਹੈ, ਉਹ ਪ੍ਰੋਫਿਟ ਸ਼ੇਅਰਿੰਗ ਦਾ ਇੱਕ ਆਪਸ਼ਨ ਬਚਦਾ ਹੈ। ਇਸ ਇਹਨਾਂ ਦੋਨਾਂ ਚੀਜ਼ਾਂ ਦਾ ਸੋਲੂਸ਼ਨ ਮੈਨੂੰ ਉਹ ਦਿਖਦਾ ਹੈ ਵੀ ਜੇ ਹੁਣ ਉਹ ਵੀ ਨਹੀਂ ਮੰਨਦੀ ਸਰਕਾਰ ਤੇ ਅਸੀਂ ਵੀ ਨਹੀਂ ਮੰਨਦੇ, ਅਸੀਂ ਵੀ ਨਹੀਂ ਪਿੱਛੇ ਹਟਦੇ, ਫਿਰ ਪ੍ਰੋਫਿਟ ਸ਼ੇਅਰਿੰਗ ਮੇਰੇ ਖਿਆਲ ਨਾਲ ਇੱਕ ਆਪਸ਼ਨ ਹੈ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ। ਪਰਿਵਾਰ ਦਾ ਇਹੀ ਕਹਿਣਾ ਸੀ ਕਿ ਬੜੇ ਸਾਰੇ ਇਲਜ਼ਾਮ ਲੱਗਦੇ ਨੇ, ਬੜਾ ਕੁਝ ਸਹਿਣਾ ਪੈਂਦਾ ਹੈ, ਬੜਾ ਕੁਝ ਸੁਣਨਾ ਪੈਂਦਾ ਹੈ, ਬੜੇ ਵਾਧੇ ਘਾਟੇ ਸਹੇ ਨੇ ਜ਼ਿੰਦਗੀ ਦੇ ਵਿੱਚ। ਬੀਜੀ ਹੁਣੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਜੇਲ੍ਹ ਦੇ ਵਿੱਚ ਅਸੀਂ ਵੀ ਬਹੁਤ ਵਾਰੀ ਰਹੇ ਹਾਂ, ਇਕੱਲੇ ਚਟੂਨੀ ਸਾਹਿਬ ਨਹੀਂ ਰਹੇ, ਤਾਂ ਜਦੋਂ ਸਵਾਲ ਉਠਾਉਣ ਲੱਗੇ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਪਿੱਛੇ ਪਿਛੋਕੜ ਦੇ ਵਿੱਚ ਜਾ ਕੇ ਦੇਖ ਲੈਣਾ ਚਾਹੀਦਾ ਹੈ, ਫਿਰ ਕਿਸੇ ਦੇ ਚਰਿੱਤਰ ਦੇ ਉੱਤੇ ਸਵਾਲ ਚੁੱਕਣੇ ਚਾਹੀਦੇ ਨੇ, ਕਿਉਂਕਿ ਸਵਾਲ ਚੁੱਕਣਾ ਬੜਾ ਆਸਾਨ ਹੁੰਦਾ ਹੈ, ਸਵਾਲ ਦੇ ਪਿੱਛੇ ਜਿਹੜੀ ਅਸਲੀਅਤ ਹੁੰਦੀ ਹੈ ਉਸ ਦੇ ਪਿੱਛੇ ਜ਼ਰੂਰ ਜਾਣਾ ਚਾਹੀਦਾ। ਹੁਣ ਜਿਹੜੇ ਪਿੰਡ ਵਾਲੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਵੀ ਜਾਣਦੇ ਹਾਂ ਕਿ ਆਖਰ ਚਟੂਨੀ ਸਾਹਿਬ ਕਿਹੋ ਜਿਹੇ ਨੇ, ਪਿੰਡ ਦੇ ਵਿੱਚ ਕੀ ਰਸੂਖ ਰੱਖਦੇ ਨੇ। ਤਾਂ ਜਿੱਥੇ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕੀਤੀ, ਹੁਣ ਪਿੰਡ ਵਾਲਿਆਂ ਤੋਂ ਪੁੱਛ ਲੈਂਦੇ ਹਾਂ ਕਿ ਆਖਰ ਗੁਰਨਾਮ ਜੀ ਦਾ ਪਰਿਵਾਰ ਕਿਹੋ ਜਿਹਾ ਹੈ, ਕਿਸ ਤਰੀਕੇ ਦੇ ਨਾਲ ਉਹ ਅੰਦੋਲਨਾਂ ਦੇ ਵਿੱਚ ਜੁੜੇ, ਕਿੱਦਾਂ ਉਹ ਜਾਣਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਿੰਡ ਵਾਲੇ ਨੇ ਕੁਝ ਉਹਨਾਂ ਨਾਲ ਪੁੱਛਦੇ ਹਾਂ। ਭਾਈ ਜੀ, ਗੁਰਨਾਮ ਚਟੂਨੀ ਜੀ ਦੇ ਪਰਿਵਾਰ ਨੂੰ ਕਦੋਂ ਤੋਂ ਜਾਣਦੇ ਹੋ ਤੁਸੀਂ? ਅਸੀਂ ਤਾਂ ਜਿਸ ਟਾਈਮ ਤੇ ਜਨਮ ਲਿਖੇ ਜਦ ਤੇ ਜਾਣਾ ਜੀ, मान लो जब सौदी संभाली जी, मान ले शुरू तो जाना जी ना, मतलब साथ दें जी गरीब आदमी का, कोई गाँव ऐसी बात हो जाए जी तो जी मतलब साथ दें जी पूरा, कोई ऐसी बात नहीं है जी। ਕਿੱਦਾਂ ਕੇਸ ਵੀ ਬੜੇ ਚੱਲਦੇ ਨੇ ਇਹਨਾਂ ਦੇ ਉੱਤੇ, ਜਿਸ ਤਰੀਕੇ ਨਾਲ ਬੀਜੀ ਦੱਸ ਰਹੇ ਸੀਗੇ ਕਿ ਕਈ ਵਾਰੀ ਪੁਲਿਸ ਵੀ ਘਰ ਆਈ ਹੈ ਤੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਦਿੱਤਾ। ਕੋਈ ਯਾਦ ਹੈ ਕਿ ਪੁਲਿਸ ਆਈ ਹੋਵੇ ਤੇ ਪਿੰਡ ਵਾਲੇ ਨਾਲ ਖੜੇ ਹੋਣ? हम तो खड़े थे सिग्गल जी इसके साथ, मैं खड़ा था जी, मैं हर साहब समझ चाहता हूँ जी, मैं खड़ा हूँ उसके साथ जी, जिधर कोई रोड हो जा, इधर रैली हो जा जी, कुरुक्षेत्र हो जा, पीपली हो जा जी, मैं जाता हूँ यार रैली में जी। कोई भी ले ले पंचायत या अगर हम ये सड़क रोकते हैं, जिधर कोई फैसला होता है तो इसके साथ कोई लाठीबाजी करता है तो बाबूजी के साथ कोई ऑपरेशन करते हैं, ये छोड़ देते हैं कि अपने किसान इधर खेती के बारे में बात करते हैं, भैया रेट है न्यू है इस तरह जी, और कोई प्रॉब्लम नहीं जी। ਅੱਛਾ, ਇੱਕ ਗੱਲ ਦੱਸੋ ਕਿ ਪਰਿਵਾਰ ਸਹਿਯੋਗ ਕਿੰਨਾ ਦਿੰਦਾ, ਪਿੰਡ ਵਾਲਿਆਂ ਨਾਲ ਕਿੰਨਾ ਕੁ ਮੋਹ ਹੈ ਇਹਨਾਂ ਦਾ? इनका बहुत बढ़िया प्रोग्राम है जी, कोई गलत नहीं जी, सारे गल बढ़िया काम करा जी। हाँ, किसी गल कोई वो लड़ाई नहीं, कोई दंगा जी, भाईचारा में साथ दो गरीब आदमी ना, कोई ऐसी कोई बाहर का आदमी कोई गलत कह दे, कोई गाँव का कह दे, जिम्मेदार कह दे जी, गाँव में जी हर एक आदमी का साथ दें जी, कोई ऐसी बात नहीं है जी भी मान ले किसी के साथ दुश्मनी है, किसी के साथ दुश्मनी भी नहीं है जी, किसी के साथ गाँव में सबके साथ प्रेम प्यार है जी बस। ਅੱਛਾ, ਇੱਕ ਗੱਲ ਦੱਸੋ ਕਿ ਬੜਾ ਇਲਜ਼ਾਮ ਲਾਉਂਦੇ ਨੇ ਬੜੀ ਸਾਰੀ ਦੁਨੀਆ ਕਿ ਬੜੀ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੋਈਆਂ ਨੇ, ਪ੍ਰਧਾਨਗੀ ਦੇ ਵਿੱਚ ਆ ਕੇ ਨਾ ਬੜਾ ਪ੍ਰਾਪਰਟੀਆਂ ਬਣਾਈਆਂ ਨੇ, ਕਿੰਨੀ ਕੁ ਪ੍ਰਾਪਰਟੀਆਂ ਬਣਾ ਲਈਆਂ? ना जी ना, प्रॉपर्टी तो कुछ नहीं है जी, प्रॉपर्टी जो भी हमारे घर की जायदाद है बस, कुछ मतलब बाहर का किसी पर मतलब जी कोई कब्जा नहीं कर रहा जी जमीन पर किसी की, अपनी जमीन है जी घर की, जो भी है बस प्रॉपर्टी मान लो जो भी अपनी है जी वो घर की खुद की। ਪ੍ਰਧਾਨਗੀ ਦੇ ਵਿੱਚ ਆਉਣ ਤੋਂ ਬਾਅਦ ਕੋਈ ਜ਼ਮੀਨ ਦੇ ਵਿੱਚ ਇਜ਼ਾਫਾ ਦੇਖਿਆ ਕਿ ਪਹਿਲਾਂ ਇੰਨੇ ਕੁ ਕਿੱਲੇ ਸੀ ਹੁਣ ਇੰਨੀ ਜ਼ਿਆਦਾ ਜ਼ਮੀਨ ਵੱਧ ਗਈ? ना जी, ना जी, जितनी जमीन है उतनी है जी शुरू से ही, ले ले कोई हेरा फेरी नहीं किसी मतलब किसी के साथ कोई भाई कब्जा करा जमीन पर ऐसा कोई वो नहीं है जी, मतलब अपनी जमीन है जी घर की खुद की। जब से ਗੱਲ ਹੋਰ ਦੱਸੋ ਕਿ ਕਿਸਾਨ ਆਗੂਆਂ ਦੇ ਉੱਤੇ ਨਾ ਇੱਕ ਇਲਜ਼ਾਮ ਬੜੇ ਲੱਗਦੇ ਨੇ ਕਿ ਬਕਾਊ ਬਹੁਤ ਨੇ, ਕਿ ਵਿਕ ਜਾਂਦੇ ਨੇ, ਕਿ ਤੁਹਾਨੂੰ ਲੱਗਦਾ ਕਿ ਗੁਰਨਾਮ ਚਟੂਨੀ ਜੀ ਉੱਤੇ ਗੱਲ ਢੁਕਦੀ ਹੈ ਕਿ ਵਿਕ ਜਾਣਗੇ? ना जी, बिकने वाले में तो है ही नहीं जी, ये मतलब इन किसी चीज़ की कमी तो है नहीं जी। देखो बिका तो वो हुआ जी जिसके पास कमी हो किसी चीज़ की, इनके पास कमी नहीं है जी किसी चीज़ की, तो खुद मतलब अपने पल्ले मतलब दूसरे का पैसे लाने वाले आदमी है जी, किसी पर मतलब बिक नहीं सकते हैं जी, ऐसा कोई मतलब वो नहीं है जी। ਕੁਝ ਯਾਦ ਉਹਨਾਂ ਨਾਲ ਕੋਈ ਯਾਦ ਹੋਵੇ ਤੁਹਾਡੀ ਸਾਂਝੀ ਕਰਨਾ ਚਾਹੋ ਸਾਡੇ ਨਾਲ? ਪ੍ਰਧਾਨ ਜੀ ਨਾਲ ਕਦੋਂ ਦੇਖਿਆ ਸੀ? जितना भाई मेरे से बात करा हुआ, मैं इसके साथ बैठा जिसके साथ कोई प्रॉब्लम नहीं जी, कोई एन भाईचारा के बारे कोई गलत नहीं जी, एन बढ़िया जी, कोई बट्टे की तरह रखा जी अपने बच्चे की तरह। ਦਿੱਲੀ ਜਾ ਕੇ ਆਏ ਹੋ? हाँ जी, दिल्ली मैंने उसके सिर्फ में पैक गए थे जी, एक दिन ला के मैं चला गया था रात में, कोई नहीं कुछ जी, लड़ाई इसमें रोना होता जी। ਬੈਰੀਕੇਡ ਤੋੜੇ ਸੀ 25 ਨਵੰਬਰ ਨੂੰ ਕਿ ਪਿੰਡ ਵਾਲੇ ਨਾਲ ਗਏ ਸੀ ਤੁਹਾਡਾ? मैं भी था जी, गिलो रात के समय लड़ाई लुड़ाई बजी जी, मैं पीछे हट के ले चोट तो लगी जी मेरा जी हाथ पैर पा, फिर मैं पीछे हट गया था, मेरा किसी का करा जी, जैसा मैं कि यहाँ से प्रधान ही साहब मरोड़ा था जी थाने के पास चटाले के बारे में जी, इसके सरपंच बने थे जी, उसमें मैं भी था जी बाबू जी, कोई वो भी नहीं थी जी, हम तक गए थे, हम तो कोई नार लाने वाले बंदे थे, कोई गलत नहीं जी, बस नहीं कहना जय जवान जय किसान पर कोई जी।
ਲੱਗਦਾ ਕਿ ਇਦਾਂ ਹੀ ਡਟੇ ਰਹਿਣਗੇ ਜਿੱਦਾਂ ਡਟੇ ਹੋਏ ਨੇ ਇੱਥੇ ਦਿੱਲੀ ਬੈਠੇ ਨੇ ਸੰਘਰਸ਼ ਦੇ ਵਿੱਚ, ਉਦਾਂ ਹੀ ਡਟੇ ਰਹਿਣਗੇ। हाँ जी डट रहे जी, आगे बढ़ेंगे जी, पीछे नहीं हटने वाले जी हम भी, और वो भी और हम भी जी। क्या दुनिया पीछे हट जाएगी सारे को, मैं आगे बढ़ूंगा जिससे मैं कह रहा जी, क्या पूरा जी इनके साथ दुनिया पीछे हट जाएगी जी, सूरज का चांद पर हो जाएगा जी, मैं नहीं हटने का जी। राजेश नाम है मेरा, महिंद्र का लड़का हूँ जी, बस मैं नहीं हटने का जी, आगे बढ़ूंगा जी मैं। ਪ੍ਰਧਾਨ ਜੀ ਦਾ ਪੂਰਾ ਪਿਆਰ ਹੈ। हाँ जी प्यार है जी, चाचा जी जी, बस मेरा बाप समान है जी, प्रेम प्यार है जी, मैं आगे बढ़ूंगा बाबू जी उससे। हाँ जी ਸੋ ਬਿਲਕੁਲ ਪ੍ਰੇਮ ਪਿਆਰ ਪੂਰਾ ਹੈ ਤੇ ਪਿੰਡ ਵਾਲਿਆਂ ਨੇ ਇਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਜੀ ਕਹਿਣਗੇ ਉਸ ਤਰੀਕੇ ਨਾਲ ਦਿੱਲੀ ਦੇ ਵਿੱਚ ਡਟੇ ਹਾਂ ਤੇ ਡਟੇ ਰਵਾਂਗੇ। ਜੇ ਅੱਗੇ ਵਧਣ ਲਈ ਕਹਿਣਗੇ ਤਾਂ ਅੱਗੇ ਵੀ ਵਧਾਂਗੇ। ਸੋ ਇਹ ਪਿੰਡ ਵਾਲਿਆਂ ਨਾਲ ਤੁਸੀਂ ਗੱਲਬਾਤ ਸੁਣੀ ਹੈ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਵਿੱਚੋਂ ਕੀ ਕੁਝ ਨਿਕਲ ਕੇ ਆਇਆ, ਤੁਹਾਨੂੰ ਕੀ ਕੁਝ ਲੱਗਿਆ ਕਿ ਪਰਿਵਾਰ ਦੇ ਨਾਲ ਗੱਲਬਾਤ ਤੋਂ ਬਾਅਦ ਕਿ ਕਿਸ ਤਰੀਕੇ ਦਾ ਪਰਿਵਾਰ ਹੈ, ਚਡੂਨੀ ਸਾਹਿਬ ਬਾਰੇ ਪਹਿਲਾਂ ਕਿੰਨਾ ਕੁ ਜਾਣਦੇ ਸੀ ਤੇ ਹੁਣ ਕਿੰਨਾ ਕੁ ਨਵੀਂ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਹੋਈ, ਉਹਦੇ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਿਓ। ਫਿਲਹਾਲ ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।